ਜਸ ਪੰਜਾਬੀ ਦੇ ਸ਼ੋਅ ਫਾਇਰ ਲਾਈਨ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਬਲਤੇਜ ਤੁਹਾਨੂੰ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਪਿਛਲੇ ਦਿਨਾਂ ਤੋਂ ਜੋ ਚਰਚਾ ਜਾਂ ਪਿਛਲੇ ਕੁਝ ਸਮੇਂ ਤੋਂ ਤਕਰੀਬਨ 2 ਸਾਲਾਂ ਤੋਂ ਜੋ ਕੁਝ ਵਾਪਰਿਆ ਪੰਜਾਬ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਦੇ ਉੱਤੇ ਹੋਈ ਬੇਅਦਬੀ, ਬਹਿਬਲ ਕਲਾਂ ਦੇ ਵਿੱਚ ਚੱਲੀ ਗੋਲੀ ਤੇ ਅਜੇ ਤੱਕ ਪਛਾਣੀ ਨਾ ਗਈ ਅਣਪਛਾਤੀ ਪੁਲਿਸ ਤੇ ਕੌਣ ਲੋਕ ਜ਼ਿੰਮੇਵਾਰ ਸਨ ਇਹਨਾਂ ਘਟਨਾਵਾਂ ਦੇ ਵਾਸਤੇ, ਇਹਦਾ ਚਰਚਾ ਬੜੇ ਵੱਡੇ ਪੱਧਰ ਦੇ ਉੱਤੇ ਹੁੰਦਾ ਰਿਹਾ। ਪਹਿਲਾਂ ਜਿਹੜੀ ਸਰਕਾਰ ਸੀਗੀ ਉਹਨੇ ਇੱਕ ਕਮਿਸ਼ਨ ਜਿਹੜਾ ਬਣਾਇਆ ਸੀਗਾ ਜਸਟਿਸ ਜੋਰਾ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ। ਉਦੋਂ ਪੰਥਕ ਜਥੇਬੰਦੀਆਂ ਨੇ ਜਸਟਿਸ ਕਾਟਜੂ ਹੋਰਾਂ ਤੋਂ ਵੀ ਇਹਦੀ ਛਾਣਬੀਣ ਕਰਵਾਈ ਸੀ। ਜਸਟਿਸ ਕਾਟਜੂ ਹੋਰਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਰਿਪੋਰਟ ਦੇ ਦਿੱਤੀ। ਇਹਦਾ ਸਿੱਧਾ ਇਸ਼ਾਰਾ ਜਿਹੜਾ ਸੀ ਉਦੋਂ ਦੀ ਸਰਕਾਰ ਦੇ ਵੱਲ ਉਹਨਾਂ ਨੇ ਕੀਤਾ ਕਿ ਉਹਦੀ ਸ਼ਹਿ ਦੇ ਨਾਲ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਸਨ। ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਸੀ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਤਕਰੀਬਨ 6 ਮਹੀਨੇ ਪਹਿਲਾਂ ਉਹਨਾਂ ਨੇ ਸਬਮਿਟ ਕਰਵਾ ਦਿੱਤੀ, ਪਰ ਉਹ ਗੱਦੀਆਂ ਦੇ ਥੱਲੇ ਦੱਬੀ ਰਹਿ ਗਈ, ਕਿਸੇ ਨੇ ਖੋਲ੍ਹ ਕੇ ਪੜ੍ਹੀ ਨਾ। ਸਰਕਾਰ ਬਦਲ ਗਈ, ਨਵੀਂ ਬਣੀ ਸਰਕਾਰ ਨੇ ਇਹਨਾਂ ਘਟਨਾਵਾਂ, ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਇਹਨਾਂ ਘਟਨਾਵਾਂ ਦੀ ਛਾਣਬੀਣ ਦੇ ਵਾਸਤੇ ਇੱਕ ਨਵਾਂ ਕਮਿਸ਼ਨ ਕਾਇਮ ਕਰ ਦਿੱਤਾ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ। ਇਸ ਵੇਲੇ ਇਹ ਕਿਹਾ ਜਾ ਰਿਹਾ ਹੈ ਕਿ ਬੜੇ ਖੁੱਲ੍ਹ ਕੇ ਲੋਕਾਂ ਨੇ ਆਪਣੇ ਜਿਹੜੇ ਵਿਚਾਰ ਨੇ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੇ ਸਾਹਮਣੇ ਦਿੱਤੇ ਨੇ। ਜਿੱਥੇ ਜਿੱਥੇ ਜਾ ਕੇ ਉਹਨਾਂ ਨੇ ਇਹਨਾਂ ਲੋਕਾਂ ਦੇ ਜਿਹੜੇ ਜੋ ਕੁਛ ਉਹਨਾਂ ਨੇ ਅੱਖੀਂ ਦੇਖਿਆ ਉਹਨਾਂ ਨੂੰ ਰਿਕਾਰਡ ਕੀਤਾ। ਕਹਾਣੀ ਇਸ ਵੇਲੇ ਆ ਕੇ ਖੜੀ ਹੋ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ, ਕਿਉਂਕਿ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਲਬ ਕੀਤਾ ਕਿ ਉਹ ਆ ਕੇ ਉਹ ਰਿਕਾਰਡ ਲਿਆ ਕੇ ਦੱਸੇ ਕਿ ਉਦੋਂ ਕਿਹੜੀ ਚਿੱਠੀ ਦੇ ਤਹਿਤ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਜਾਂ ਫਿਰ ਉਸ ਤੋਂ ਬਾਅਦ ਉਸ ਮਾਫੀ ਨੂੰ ਰੱਦ ਕੀਤਾ ਗਿਆ, ਤੇ ਤਕਰੀਬਨ 96 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਉਹ ਕਿਉਂ ਅਖਬਾਰਾਂ ਦੇ ਵਿੱਚ ਦਿੱਤੇ ਗਏ। ਬੇਸ਼ੱਕ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਜਿਹੜਾ ਇਹ ਸੰਮਣ ਜਾਰੀ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤਾ, ਪਰ ਕੱਲ੍ਹ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇੱਕ ਨੂੰ ਟਰਨ ਦਿੱਤਾ ਗਿਆ ਕਿ ਅਕਾਲ ਤਖਤ ਜਿਹੜਾ ਹੈ ਉਹ ਸਰਵਉੱਚ ਹੈ, ਉਹਨੂੰ ਕੋਈ ਸੰਮਣ ਨਹੀਂ ਕਰ ਸਕਦਾ। ਸੰਮਣ ਜਿਹੜੇ ਹੋਏ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਏ ਨੇ। ਇਹ ਸਾਰਾ ਕੁਝ ਕੀ ਹੈ, ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਹੀ ਹੈ? ਵੈਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਇੱਕ ਮੈਂਬਰ ਸੁੱਚਾ ਸਿਉਂ ਕਰਕੇ ਵੀ ਇਸ ਵੇਲੇ ਜਿਹੜੀ ਉਹ ਚਰਚਾ ਦੇ ਵਿੱਚ ਹੈ। ਇਹ ਵੀ ਥੋੜ੍ਹਾ ਜਿਹਾ ਮਸਲਾ ਜਿਹੜਾ ਜੀ ਉਹ ਛੋਹਾਂਗੇ ਕਿ ਉਹ ਰਾਜਨੀਤਿਕ ਆਗੂ ਨੇ, ਚਾਹੇ ਜਗੀਰ ਕੌਰ ਹੋਰੀ ਹੋਣ, ਚਾਹੇ ਸੁੱਚਾ ਸਿਉਂ ਹੋਰੀ ਹੋਣ, ਤੇ ਫਿਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜਾ ਉਹ ਕਿਵੇਂ ਨੇ, ਕਿਉਂਕਿ ਅਕਾਲੀ ਦਲ ਇਹ ਕਹਿੰਦਾ ਹੈ ਕਿ ਉਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਅੱਜ ਦੇ ਇਸ ਫਾਇਰ ਲਾਈਨ ਦੇ ਵਿੱਚ ਇਸ ਵਿਸ਼ੇਸ਼ ਜਿਹੜੀ ਇਹਦੇ ਗੱਲਬਾਤ ਦੇ ਵਾਸਤੇ ਸੱਦਾ ਦਿੱਤਾ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ, ਔਰ ਉਹਨਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਜੀ, ਤੁਸੀਂ ਕੁਝ ਸਮਾਂ ਜਿਹੜਾ ਕੱਢਿਆ ਇਸ ਬੜੇ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ। ਸਭ ਤੋਂ ਪਹਿਲਾਂ ਤਾਂ ਮੈਂ ਇੱਥੋਂ ਹੀ ਜਿਹੜਾ ਜੀ ਇਹ ਸ਼ੁਰੂ ਕਰਨਾ ਚਾਹੁੰਦਾ, ਜੋ ਕੁਝ ਵਾਪਰਿਆ ਪੰਜਾਬ ਦੇ ਵਿੱਚ ਤੁਸੀਂ ਉਹਦੇ ਇੱਕ ਕਿਸਮ ਦੇ ਨਾਲ ਚਸ਼ਮਦੀਦ ਰਹੇ। ਬੇਸ਼ੱਕ ਉੱਥੇ ਗੋਲੀकांड ਦੇ ਮੌਕੇ ਦੇ ਉੱਤੇ ਤੁਸੀਂ ਨਹੀਂ ਸੀ, ਪਰ ਇਹਨਾਂ ਘਟਨਾਵਾਂ ਦੇ ਵਾਸਤੇ ਤੁਸੀਂ ਉੱਥੇ ਪਹੁੰਚੇ ਵੀ, ਲੋਕਾਂ ਨੂੰ ਲਾਮਬੰਦ ਵੀ ਕੀਤਾ। ਤੁਸੀਂ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਸ਼ਖਸੀਅਤ ਹੋ ਜਿਨ੍ਹਾਂ ਲੋਕਾਂ ਨੇ ਉਸ ਟਾਈਮ ਦੇ ਉੱਤੇ ਇਸ ਸਾਰੇ ਸਬਜੈਕਟ ਨੂੰ ਇੱਥੋਂ ਤੱਕ ਲੈ ਆਂਦਾ ਸੀ। ਇਉਂ ਲੱਗਦਾ ਸੀਗਾ ਕਿ ਹੁਣ ਮਾਮਲਾ ਜਿਹੜਾ ਜੀ ਕਿਤੇ ਨਾ ਕਿਤੇ ਹੱਲ ਹੋਇਆ ਲਓ, ਪਰ ਜੋ ਕੁਝ ਵੀ ਹੋਇਆ ਕਰ ਉਸ ਪਾਸੇ ਵੱਲ ਆਪਾਂ ਨਹੀਂ ਜਾਣਾ ਕਿ ਕੀ ਹੋਇਆ, ਕਿਹਨੇ ਕੀਤਾ, ਕਿਵੇਂ ਹੋਇਆ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਜੀ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਥਾਂ ਥਾਂ ਦੇ ਉੱਤੇ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਔਰ ਕੀ ਕਾਰਨ ਸੀ? ਕਿਉਂਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੋਇਆ, ਪੰਜਾਬ ਜਿਹੜਾ ਕਿ ਸਿੱਖਾਂ ਦਾ ਮੇਨ ਜਿਹੜਾ ਉਹ ਘਰ ਕਿਹਾ ਜਾਂਦਾ, ਕਿ ਇੰਨੀ ਥਾਵਾਂ ਦੇ ਉੱਤੇ ਬੇਅਦਬੀ ਹੋਈ ਹੋਵੇ ਔਰ ਉਹਨਾਂ ਲੋਕਾਂ ਨੂੰ ਜ਼ਮੀਨ ਖਾ ਗਈ ਜਾਂ ਅਸਮਾਨ ਨਿਕਲ ਗਿਆ। ਕੌਣ ਸੀ ਉਹ ਲੋਕ? ਖਾਸ ਕਰਕੇ ਪੰਥਕ ਅਖਾਉਣ ਵਾਲੀ ਸਰਕਾਰ ਦੇ ਵਿੱਚ ਜੀ ਇਹ ਜਿਹੜਾ ਕਾਂਡ ਹੋਇਆ ਉੱਥੇ ਬਹਿਬਲ ਕਲਾਂ ਦੇ ਵਿੱਚ, ਉਹ ਅੰਮ੍ਰਿਤ ਵੇਲੇ ਬਹੁਤ ਹੀ ਸੁੰਝੀ ਸੜਕ ਤੇ ਬੈਠੇ ਸੀ, ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀਗੇ ਸਿੱਖ ਜਿਹੜੇ ਪਿੰਡਾਂ ਦੇ ਲੋਕ, ਗਰੀਬ ਲੋਕ ਨੇ, ਤੇ ਸਿਰਫ ਗੁਰੂ ਸਾਹਿਬ ਜੀ ਦੀ ਪਵਿੱਤਰ ਅਜ਼ਮਤ ਲਈ ਉਹ ਬਰਦਾਸ਼ਤ ਨਹੀਂ ਸੀ ਕਰ ਪਾ ਰਹੇ। ਤੇ ਉਹਦੀ ਤਾਂ ਸੀਸੀਟੀਵੀ ਫੁਟੇਜ ਵੀ ਹੁਣ ਆ ਗਈ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਕਲੀਅਰ ਦੱਸ ਰਹੀ ਹੈ। ਉਹਦੇ ਵਿੱਚ ਗੋਲੀ ਚੱਲੀ, ਸਰਕਾਰ ਦੀ ਰਾਈਫਲ, ਸਰਕਾਰੀ ਰਾਈਫਲ ਚੋਂ ਗੋਲੀ ਚੱਲਦੀ ਆ। ਉਹ ਰਾਈਫਲ ਦੇ ਵਿੱਚੋਂ ਗੋਲੀ ਕਿੰਨੇ ਰਾਊਂਡ ਚੱਲੀ, ਕਿਸ ਨੇ ਚਲਾਈ, ਕਿਸ ਦੇ ਹੁਕਮ ਨਾਲ ਚੱਲੀ, ਉਹ ਕਿਉਂ ਚੱਲੀ, ਇਹ ਬਕਾਇਦਾ ਰਿਕਾਰਡ ਹੁੰਦਾ ਆ ਹਮੇਸ਼ਾ। ਲੇਕਿਨ ਇਹ ਪਿਛਲੀ ਸਰਕਾਰ, ਬਾਦਲ ਦੀ ਸਰਕਾਰ, ਉਹਨੂੰ ਹਮੇਸ਼ਾ ਛੁਪਾਉਂਦੀ ਰਹੀ ਹੈ।
ਖੁਰਦ-ਬੁਰਦ ਕਰਦੀ ਰਹੀ, ਜਿਸ ਤਰ੍ਹਾਂ ਕਿ ਪਹਿਲਾਂ ਕਾਂਡ ਜਿੰਨੇ ਵੀ ਹੋਏ ਹੁੰਦੇ ਰਹੇ। ਉਹਦੇ ਵਿੱਚ ਨਰੋਲ ਜਿਹੜਾ 2 ਬੱਚੇ ਜਿਹੜੇ ਬੜੇ ਮਾਸੂਮ ਬੱਚੇ ਮਰੇ ਤੇ ਦਰਜਨਾਂ ਜ਼ਖਮੀ ਹੋਏ। ਇੱਕ ਬਜ਼ੁਰਗ ਦੀਆਂ ਅੱਖਾਂ ਨਿਕਲ ਗਈਆਂ, ਬਰਸਟ ਵੱਜਾ ਉਹਨਾਂ ਦੇ, ਇੱਕ ਬੱਚੇ ਦੀਆਂ ਲੱਤਾਂ ਵਿੰਨੀਆਂ ਗਈਆਂ ਗੋਲੀਆਂ ਨਾਲ, ਤੇ ਬਹੁਤ ਸਾਰੇ ਜ਼ਖਮੀ ਹੋਏ। ਉਹਦਾ ਤੱਥ ਸਾਹਮਣੇ ਆਵੇ, ਇਹ ਸਾਰੀ ਸਿੱਖ ਸੰਗਤ ਚਾਹੁੰਦੀ ਆ, ਪੰਜਾਬ ਦੇ ਲੋਕ ਚਾਹੁੰਦੇ ਆ ਕਿ ਉਹ ਐਡਾ ਵੱਡਾ ਕਾਂਡ ਹੋਇਆ ਤੇ ਉਹਦੇ ਕਾਰਨ ਜਿਹੜੇ ਸਨ ਉਹ ਨਰੋਲ ਗੁਰੂ ਦੇ ਨਾਲ ਸੰਬੰਧਿਤ ਸਨ, ਗੁਰੂ ਦੀ ਪਵਿੱਤਰ ਅਜ਼ਮਤ ਨਾਲ ਸੰਬੰਧਿਤ ਸਨ। ਤੇ ਇਹ ਸਰਕਾਰ ਨੂੰ ਇੰਨੀ ਤਕਲੀਫ ਕਿਉਂ ਹੋਈ ਕਿ ਉਹਨਾਂ ਨੂੰ ਅੰਮ੍ਰਿਤ ਵੇਲੇ ਗੋਲੀਆਂ ਨਾਲ ਵਿੰਨ ਕੇ ਤੇ ਇਹਨਾਂ ਨੇ ਇੰਨਾ ਮਾਹੌਲ ਖਰਾਬ ਕੀਤਾ ਪੰਜਾਬ ਦਾ। ਤੋ ਇਹ ਸਿੱਖ ਚਾਹੁੰਦੇ ਸੀ ਕਿ ਇਹਦਾ ਜਸਟਿਸ ਹੋਵੇ, ਇਹਨੂੰ ਇਨਸਾਫ ਮਿਲੇ। ਜਿਹੜੇ ਸਿੱਖ ਬੱਚੇ ਗੋਲੀਆਂ ਨਾਲ ਮਰੇ ਆ ਉਹਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਪਰ ਇਹ ਪੰਥਕ ਅਖਾਉਣ ਵਾਲੀ ਸਰਕਾਰ ਨੇ, ਜਿਸ ਤਰ੍ਹਾਂ ਬੇਈਮਾਨ ਸਰਕਾਰ ਹੋਵੇ ਇਸ ਤਰ੍ਹਾਂ ਦੀ ਸਰਕਾਰ ਨਿਕਲੀ। ਉਹਨਾਂ ਨੇ ਗੁਰੂ ਨਾਲ, ਕੌਮ ਨਾਲ, ਪੰਜਾਬ ਦੇ ਲੋਕਾਂ ਨਾਲ ਧਰੋਹ ਕੀਤਾ ਤੇ ਅੱਜ ਵੀ ਉਹ ਬੇਈਮਾਨੀ ਦੇ ਕਿਨਾਰੇ ਖੜੇ ਨੇ। ਭਾਈ ਸਾਹਿਬ, ਜਿਹੜਾ ਲਫ਼ਜ਼ ਹੈ, ਆਪਾਂ ਕਾਨ ਸਿੰਘ ਨਾਭਾ ਜੀ ਦੇ ਜਾਈਏ, ਆਪਾਂ ਉਹਨਾਂ ਦੇ ਮਹਾਨ ਕੋਸ਼ ਦੇ ਮੁਤਾਬਕ ਅਕਾਲੀ ਲਫ਼ਜ਼ ਜਿਹੜਾ ਅਕਾਲ ਤਖਤ ਨੂੰ ਸਮਰਪਿਤ 1920 ਦੇ ਵਿੱਚ ਜਦੋਂ ਅਕਾਲੀ ਦਲ ਜਿਹੜਾ ਬਣਦਾ, ਉਹਦਾ ਮਕਸਦ ਕੀ ਸੀਗਾ? ਅੱਜ ਜਿਹੜਾ ਅਕਾਲੀ ਦਲ, ਕਿਉਂਕਿ ਇਹ ਕਿਹਾ ਜਾਂਦਾ ਜੀ ਕਿ ਇਹ ਉਹ ਪਰਿਵਾਰ ਵੀ ਕਹਿੰਦਾ ਕਿ ਕੋਈ ਅਕਾਲੀ ਦਲ ਹੈ ਜੀ ਜਿਹਦੇ ਨਾਲ ਬਾਦਲ ਲਫ਼ਜ਼ ਜਿਹੜਾ ਉਹ ਲੱਗਿਆ ਹੋਇਆ। ਇਹ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ, ਕਿਉਂਕਿ ਉਹੋ ਹੀ ਅਕਾਲੀ ਦਲ ਹੈ ਜੀ ਜਿਹੜਾ SGPC ਦੇ ਉੱਤੇ ਕਾਬਜ਼ ਹੈ ਤੇ ਉਹ ਇਸ ਚੀਜ਼ ਦੀ ਵਿਰੋਧਤਾ ਕਰ ਰਿਹਾ ਹੈ ਕਿ ਇਹ ਜਿਹੜਾ ਕਮਿਸ਼ਨ ਹੈ ਇਹ ਜਾਂਚ ਕਿਉਂ ਕਰ ਰਿਹਾ? 1920 ਤੋਂ ਸ਼ੁਰੂ ਹੋ ਕੇ ਉਦੋਂ ਅਕਾਲੀ ਔਰ ਅੱਜ ਦਾ ਜਿਹੜਾ ਅਕਾਲੀ ਦਲ, ਕਿੱਥੇ ਤੁਸੀਂ ਮਹਿਸੂਸ ਕਰਦੇ ਹੋ? ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਜੀ। ਅਕਾਲੀ ਸ਼ਬਦ ਜਿਹੜਾ ਅਕਾਲ ਪੁਰਖ ਨਾਲ ਜੁੜਿਆ ਹੋਇਆ, ਅਕਾਲ ਪੁਰਖ ਦਾ ਸੇਵਕ, ਅਕਾਲ ਪੁਰਖ ਦਾ ਪੁਜਾਰੀ, ਅਕਾਲ ਪੁਰਖ ਨੂੰ ਸਮਰਪਿਤ ਸਿੱਖ ਜਿਹੜਾ ਉਹ ਅਕਾਲੀ ਹੋਂਦਾ। ਇਹੀ ਭਾਵਨਾ ਲੈ ਕੇ ਪੁਰਾਤਨ ਸਿੱਖਾਂ ਨੇ ਛੋਟੀਆਂ ਸੁਸਾਇਟੀਆਂ, ਚੀਫ ਖਾਲਸਾ ਦੀਵਾਨ, ਲਹਿਲਪੁਰ ਦੀਵਾਨ, ਮਾਝਾ ਦੀਵਾਨ, ਮਾਲਵਾ ਦੀਵਾਨ, ਜਲੰਧਰ ਦੁਆਬਾ ਦੀਵਾਨ, ਇਹ ਦੀਵਾਨ ਖਤਮ ਕਰਕੇ ਇੱਕ ਅਕਾਲੀ ਦਲ ਬਣਾਇਆ। ਉਹ ਅਕਾਲੀ ਦਲ ਬਣਾਇਆ ਸੀਗਾ ਗੁਰੂ ਪਾਤਸ਼ਾਹ ਦੀ ਖਾਲਸਾਈ ਆਇਡੈਂਟੀਟੀ ਨੂੰ ਜਿਉਂਦਾ ਰੱਖਣ ਲਈ, ਉਹਨੂੰ ਪ੍ਰਫੁੱਲਤ ਕਰਨ ਲਈ, ਪ੍ਰਬੰਧਕ ਕਮੇਟੀ ਨੂੰ ਸਪੋਰਟ ਕਰਨ ਲਈ। ਲੇਕਿਨ ਅੱਜ ਇਹ ਬਿਲਕੁਲ ਠੀਕ ਹੈ ਕਿ ਪ੍ਰਕਾਸ਼ ਸਿੰਘ ਬਾਦਲ ਉਸਨੇ ਜਿਹੜਾ ਅਕਾਲੀ ਦਲ ਹੈ ਉਹਦੇ ਵਿੱਚ ਅਮੈਂਡਮੈਂਟ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਬਦ ਲਿਖਿਆ ਹੋਇਆ, ਉਹ ਰਜਿਸਟ੍ਰੇਸ਼ਨ ਹੋਈ ਹੈ। ਇਸ ਅਕਾਲੀ ਦਲ ਨੂੰ ਉਹ ਤੋਂ ਕੋਈ ਨਹੀਂ ਖੋ ਸਕਦਾ। ਖੋ ਸਕਦੀ ਹੈ ਤੇ ਪਬਲਿਕ ਜਿਹੜੀ ਆ ਉਹ ਉਹਨੂੰ ਘਰ ਦਾ ਦਰਵਾਜ਼ਾ ਦਿਖਾ ਕੇ ਖੋ ਸਕਦੀ ਹੈ। ਲੇਕਿਨ ਉਹ ਇਹਦਾ ਮਾਲਕ ਬਣ ਚੁੱਕਾ ਹੈ। ਉਹ ਹੁਣ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ, ਜਿਹੜੀ ਸਿੱਖਾਂ ਦੀ ਜਥੇਬੰਦੀ ਸੀ, ਜਿਹੜੀ ਕੌਮ ਲਈ ਲੜਦੀ ਸੀ। ਅੱਜ ਕੌਮ ਦੇ ਨਾਲ ਲੜਨ ਵਾਲਾ ਅਕਾਲੀ ਦਲ ਇਹ ਸਾਹਮਣੇ ਆਇਆ ਸਾਡੇ ਸਾਹਮਣੇ, ਜਿਹੜਾ ਕੌਮ ਦੇ ਹਿੱਤਾਂ ਨੂੰ ਕੁਰਬਾਨ ਕਰ ਰਿਹਾ, ਆਪਣੇ ਸਵਾਰਥ ਤੋਂ, ਆਪਣੇ ਹਿੱਤ ਤੋਂ, ਜਿਹੜਾ ਇੱਕ ਬਲਾਤਕਾਰੀ ਗੁਰੂ ਨੂੰ ਇੱਕ ਸਵਾਰਥ ਲਈ ਪਵਿੱਤਰ ਅਕਾਲ ਤਖਤ ਤੋਂ ਕਲੀਨ ਚਿੱਠ ਦਵਾ ਰਿਹਾ। ਇਹ ਅਕਾਲ ਤਖਤ ਦਾ ਮਾਲਕ ਸੀ ਗੁਰੂ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ। ਗੁਰੂ ਸਾਹਿਬ ਨੇ ਪਹਿਲਾਂ ਮੇਰੀ ਫਿਰ ਪੀਰੀ ਕਿਹਾ। ਮੀਰ ਸੀ ਅਕਾਲ ਪੁਰਖ ਸੱਚਾ ਵਾਹਿਗੁਰੂ, ਤੇ ਇਹਨੂੰ ਬਾਬੇ ਕਿਆਂ ਦਾ ਤਖਤ ਕਿਹਾ ਗਿਆ, ਇਹਨੂੰ ਸੱਚੀ ਪਾਤਸ਼ਾਹੀ, ਦੀਨ ਦੀ ਸੱਚੀ ਪਾਤਸ਼ਾਹੀ ਕਿਹਾ ਗਿਆ। ਲੇਕਿਨ ਅੱਜ ਦੁਨੀਆ ਦਾ ਇੱਕ CM ਜਿਹੜਾ ਦੁਨੀਆ ਦੀ ਪਾਤਸ਼ਾਹੀ ਦਾ ਪ੍ਰਤੀਕ CM ਜਿਹੜਾ ਉਹ ਇਸ ਅਕਾਲ ਤਖਤ ਦੇ ਉੱਤੇ ਹੁਕਮ ਚਲਾ ਰਿਹਾ ਤੇ 5 ਗ੍ਰੰਥੀ ਉਹਦਾ ਪਾਣੀ ਭਰਦੇ ਪਏ ਨੇ। ਤੋ ਜਗੋਂ 13ਵੀਂ ਹੋਈ ਪਈ ਆ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹੋ ਰਿਓ ਗੰਗ ਵਹਾਈਆਂ ਦੁਨੀਆਈ ਆਖੇ ਕਿਕਨ, ਗੰਗਾ ਦੂਸਰੇ ਪਾਸੇ ਨੂੰ ਜਾ ਰਹੀ ਹੈ। ਤੋ ਇਹਦੇ ਵਿੱਚ ਇਸ ਖਾਨਦਾਨ ਦਾ, ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਬਹੁਤ ਵੱਡਾ ਦੋਸ਼ ਆ ਉਹਦੇ ਤੇ, ਬਹੁਤ ਵੱਡੀ ਉਸਨੇ ਬੱਜਰ ਗਲਤੀ ਕੀਤੀ ਆ। ਕੌਮ ਦੀ ਇੱਕ ਪ੍ਰਾਪਰਟੀ ਨੂੰ ਆਪਣੇ ਹਿੱਤਾਂ 'ਚ ਵਰਤ ਕੇ, ਉਹਦੀ ਸੱਤਾ ਦਾ ਸੁੱਖ ਲੈ ਕੇ, ਕੌਮ ਨੂੰ ਕੁਰਬਾਨ ਕਰਕੇ, ਉਹਦੀ ਜਵਾਨੀ ਤੇ ਅਕਾਲ ਤਖਤ ਨੂੰ ਦੀ ਸ਼ਹਾਦਤ ਨੂੰ ਦਾ ਮੁੱਲ ਵੱਟ ਕੇ ਤੂੰ ਆਪਣੇ ਇਹ ਅਕਾਲੀ ਦਲ ਨੂੰ ਆਪਣਾ ਨਿੱਜ ਦਾ ਅਕਾਲੀ ਦਲ, ਪਰਿਵਾਰ ਦਾ ਅਕਾਲੀ ਦਲ, ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਬਣਾ ਬੈਠਾ ਜੀ। ਇਹ 'ਚ ਕੋਈ ਦੋ ਰਾਏ ਨਹੀਂ। ਜਥੇਦਾਰ ਸਾਹਿਬ, ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹੋ। ਅੱਜ ਤੋਂ ਜੇ ਆਪਾਂ ਤਕਰੀਬਨ 20 ਸਾਲ ਪਿੱਛੇ ਚੱਲ ਜਾਈਏ, 20-25 ਸਾਲ, ਉਦੋਂ ਤੱਕ ਅਕਾਲ ਤਖਤ ਸਾਹਿਬ ਦੀ ਇੱਕ ਬਹੁਤ ਸ਼ਾਨ ਜਿਹੜੀ ਦੀ ਉਹ ਰਹੀ ਕਿ ਉੱਥੋਂ ਜਾਰੀ ਹੋਣ ਵਾਲਾ ਹੁਕਮਨਾਮਾ ਜਿਹੜਾ ਸੀਗਾ ਉਹ ਪੂਰੀ ਦੁਨੀਆ ਦੇ ਵਿੱਚ ਬੈਠਾ ਜਿਹੜਾ ਸਿੱਖ ਭਾਈਚਾਰਾ ਸੀਗਾ ਉਹ ਉਹਨੂੰ ਬਿਲਕੁਲ ਐਕਸੈਪਟ ਕਰਦਾ ਸੀਗਾ ਔਰ ਇਹ ਕਹਿੰਦਾ ਸੀਗਾ ਜੇ ਉੱਥੋਂ ਹੁਕਮਨਾਮਾ ਜਾਰੀ ਹੋ ਗਿਆ ਹੁਣ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ। ਹੁਣ ਹਾਲਾਤ ਜਿਹੜੇ ਆ ਜੀ ਉਹ ਇਹੋ ਜਿਹੇ ਕਿਉਂ ਬਣ ਗਏ? ਤੁਸੀਂ ਉੱਥੇ ਕਿਉਂਕਿ ਉਸ ਸੀਟ ਦੇ ਉੱਤੇ, ਉਸ ਜਗ੍ਹਾ ਦੇ ਉੱਤੇ ਰਹੇ ਹੋ ਕਿ ਅੱਜ ਜਿਹੜੇ ਉਹ ਜਥੇਦਾਰ ਸਾਹਿਬ ਦੇ ਸਾਈਨ ਨੇ 2 ਚਿੱਠੀਆਂ ਦੇ ਉੱਤੇ, ਜਿਹਦੇ 'ਚੋਂ ਮਾਫੀ ਦਿੰਦੇ ਆ, ਮੁੜ ਕੇ ਜਿਹੜੀ ਮਾਫੀ ਵਾਪਸ ਲੈਂਦੇ ਆ, ਦੂਜੇ ਪਾਸੇ ਉਹ ਬਿਆਨ ਇਹ ਦਿੰਦੇ ਆ ਸਾਡੇ ਕੋਲੇ ਰਿਕਾਰਡ ਹੀ ਕੋਈ ਨਹੀਂ ਹੈਗਾ। ਇਹ ਕੀ ਹਾਲਾਤ ਕੀ ਬਣ ਗਏ ਪਿਛਲੇ 20 ਸਾਲਾਂ ਦੇ ਦੌਰਾਨ, ਜਾਂ ਕਿਉਂ ਬਣ ਗਏ?
ਇਹ ਨਰੋਲ ਤੁਹਾਨੂੰ ਮੈਂ ਦੱਸਿਆ ਇੱਕ ਪਰਿਵਾਰ ਜਿਹੜਾ ਉੱਥੇ ਕਾਬਜ਼ ਹੋ ਗਿਆ ਅਕਾਲੀ ਦਲ ਤੇ ਸੱਤਾ ਉਹਦੇ ਕੋਲ ਆ ਗਈ। ਸੱਤਾ ਦਾ ਸੁੱਖ ਲੈਣ ਵਾਲੇ ਅਕਾਲੀ ਵਰਕਰਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਸੀ ਇੱਕ ਪਰਿਵਾਰ ਦੀ ਲਿਮਟਿਡ ਕੰਪਨੀ ਬਣ ਗਈ ਤੇ ਉਸ ਲਿਮਟਿਡ ਕੰਪਨੀ ਦੇ ਅਧੀਨ ਜਥੇਦਾਰ ਖਾਉਣ ਵਾਲਾ ਨੌਕਰ ਬਣ ਗਿਆ। ਪਰ ਜਥੇਦਾਰ ਸਾਹਿਬ ਇਹ ਹੈ ਕਿ ਤੁਸੀਂ ਕਿਹਾ ਕਿ ਜਿਹੜੇ ਲੋਕ ਨੇ ਉਹਨਾਂ ਦੇ ਉਹ ਫਿਰ ਕਿਉਂ ਨਹੀਂ ਬੋਲੇ? 20 ਸਾਲ ਕੋਈ 10 ਸਾਲ ਉਹ ਪਾਰਟੀ ਰਾਜ ਵੀ ਕਰ ਗਈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਾਬਜ਼ ਹੈ। ਇਹਦੇ ਕਾਰਨ ਜਿਹੜੇ ਨੇ ਉਹਦੇ ਬੈਕਗ੍ਰਾਉਂਡ 'ਚ ਜਾਈਏ ਤਾਂ ਸਾਨੂੰ ਮਾਰ ਬੜੀ ਪਈ ਕਾਂਗਰਸ ਤੋਂ। ਜਦੋਂ ਖਾਸ ਕਰਕੇ ਗੋਲੀ ਚੱਲੀ ਪੰਜਾਬ 'ਚ, ਨੌਜਵਾਨ ਬਹੁਤ ਮਾਰੇ ਗਏ, ਉਹਨਾਂ ਦਾ ਮੁੱਲ ਨਹੀਂ ਪਿਆ। ਫਿਰ ਅਕਾਲ ਤਖਤ ਢਹਿ ਗਿਆ, 84 ਦੇ ਦੰਗੇ ਹੋਏ ਤੇ ਕਾਂਗਰਸ ਦੇ ਵਿਰੁੱਧ ਇੱਕ ਬਹੁਤ ਵੱਡਾ ਗੁੱਸਾ ਸੀ ਸਿੱਖਾਂ ਦਾ। ਉਹਦਾ ਪੂਰਾ ਮੁੱਲ ਇਹ ਪਰਿਵਾਰ ਅਕਾਲੀ ਦਲ ਦੇ ਥਰੂ ਲੈ ਗਿਆ। ਤੋਂ ਅਕਾਲੀ ਦਲ ਨੂੰ ਲੋਕ ਗੁਰੂ ਦੀ ਪਾਰਟੀ, ਪੰਥ ਦੀ ਪਾਰਟੀ ਸਮਝਦੇ ਸੀਗੇ। ਪੰਥ ਦੀ ਪਾਰਟੀ ਸਮਝ ਕੇ ਇਹ ਵੋਟ ਪਾਈ ਜਾਂਦੇ ਸੀ ਤੇ ਬਾਦਲ ਨੇ ਉਹਦਾ ਵੀ ਨਜਾਇਜ਼ ਫਾਇਦਾ ਉਠਾਇਆ ਕਿ ਇਹ ਵੋਟ ਤੇ ਮੈਨੂੰ ਮਿਲਣੀ ਹੈ, ਪਰ ਮੈਂ ਰਾਮ ਰਹੀਮ ਨੂੰ ਖੁਸ਼ ਕਰਕੇ, ਦੂਸਰੇ ਨਕਲੀ ਗੁਰੂ ਨੂਰ ਮਹਿਲੀਏ ਨੂੰ ਖੁਸ਼ ਕਰਕੇ ਤੇ ਉਹ ਵੋਟਾਂ ਵਧਾ ਕੇ ਤੇ ਇਹ ਜਿਹੜੀ ਪੰਥਕ ਧਿਰ ਇੱਕ ਮੇਰੇ ਖਿਲਾਫ ਖੜੀ ਆ ਉਹਨਾਂ ਦਾ ਅਸਰ ਜਿਹੜਾ ਦੂਰ ਕਰ ਦੇਵਾਂ। तो ये आम सिख जिहड़ा कहंदा सी कि पहलां सानूं जिहड़ी कांग्रेस सरकार सी उहने नुकसान पहुंचाया साडा, सानूं मारिया कुटिया, 84 होई, ब्लू स्टार होया, नौजवान मारे गए गोलियां नाल, तो हुण असीं इहनूं ला के इत्थे लियाईए किहनूं? ये मजबूरी सी सिखां दी। तो मजबूरी इथों इस हद तक आ गई कि वह नजायज़ फायदा भी इस हद तक लैन आ गया कि इन्हें बिल्कुल रगड़ के रख दिता सिख कौम नूं, तां सिख उठे। तो एक दिल्ली का जिहड़ा पंजाब नाल जिहदा कोई संबंध नहीं, केजरीवाल, ਉਹਦੀ ਅਗਵਾਈ ਵਿੱਚ ਵੀ ਉਹਨਾਂ ਅਕਾਲੀਆਂ ਨੇ ਵੋਟਾਂ ਪਾ ਕੇ ਤੇ ਇਹਦਾ ਬਿਸਤਰਾ ਗੋਲ ਕੀਤਾ। ਤੀਜੇ ਥਾਂ ਤੇ ਆ ਕੇ ਡਿੱਗਾ ਅੱਜ ਅਕਾਲੀ ਦਲ। ਜਿਵੇਂ ਤੁਸੀਂ ਇੱਕ ਇਹਦੇ ਵਿੱਚ ਕੁਐਸਚਨ ਜਿਹੜਾ ਦੀ ਉਹ ਰੇਜ਼ ਕੀਤਾ, ਜਿਹੜਾ ਬਣਾਉਣਾ ਤੇ ਫਿਰ ਉਥੋਂ ਜਿਹੜਾ ਦੀ ਲਾਉਣਾ, ਕਿਉਂਕਿ ਜਿਸ ਰਿਸਪੈਕਟ ਦੇ ਨਾਲ ਤੁਹਾਨੂੰ ਲਿਆਂਦਾ ਗਿਆ ਸੀਗਾ ਇਸ ਬਹੁਤ ਜਿਹੜੀ ਉੱਚੀ ਸੀਟ ਦੇ ਉੱਤੇ, ਔਰ ਬਾਅਦ ਦੇ ਵਿੱਚ ਜਿਸ ਸਿਆਸਤ ਦੇ ਤਹਿਤ ਤੁਹਾਨੂੰ ਜਿਹੜਾ ਦੀ ਉਹ ਲਾਇਆ ਗਿਆ ਜੀ, ਤਾਂ ਇਹ ਜਿਹੜੀ ਇਹਦੀ ਮਤਲਬ ਕਿ ਕਿਤੇ ਨਾ ਕਿਤੇ ਬਦਲਣ ਦੀ ਜ਼ਰੂਰਤ ਤੁਸੀਂ ਸਮਝਦੇ ਹੋ ਕਿ ਹੈ ਜਾਂ ਇਸੇ ਤਰੀਕੇ ਨਾਲ ਚੱਲੂਗਾ? ਇਹ ਜਿਹੜਾ ਜਥੇਦਾਰ ਅਕਾਲ ਤਖਤ ਆ ਉਹਨੂੰ ਸਰਕਾਰੀ ਅਮਲਾ ਜਾਂ ਸੀਐਮ ਜਾਂ ਪੀਐਮ ਨਹੀਂ ਲਾ ਸਕਦੇ, ਕਿਉਂਕਿ ਗੁਰੂ ਦਾ ਸਿਧਾਂਤ ਹੈ। ਤੇ ਗੁਰੂ ਦਾ ਸਿਧਾਂਤ ਜਿਹੜਾ ਉਹ ਹੈਡ ਗ੍ਰੰਥੀ ਦਰਬਾਰ ਸਾਹਿਬ ਤੇ ਜਥੇਦਾਰ ਅਕਾਲ ਤਖਤ ਦੀ ਪੋਸਟ ਤੇ ਲਾਗੂ ਹੁੰਦਾ ਹੈ। ਬਟ ਅੱਜ ਇਹ ਪ੍ਰਬੰਧਕ ਕਮੇਟੀ ਨੇ ਜਦ ਉਪ ਨਿਯਮ ਬਣਾਏ ਤੇ ਇਹਨਾਂ ਦੋਵਾਂ ਪਦਵੀਆਂ ਨੂੰ ਆਪਣਾ ਨੌਕਰ ਬਣਾ ਲਿਆ ਐਕਟ ਦੇ ਵਿੱਚ। ਉਹ ਜਿਹੜਾ ਐਕਟ ਦੇ ਵਿੱਚ ਨੌਕਰ ਬਣਾ ਲਿਆ, ਉਹ ਹੁਣ ਇਹਨਾਂ ਦੀ ਨਰੋਲ ਅਕਾਲੀਆਂ ਦੀ ਬੇਈਮਾਨੀ ਆ। ਸਾਡੀ ਕੌਮ ਨੂੰ ਇਹਦਾ ਕੋਈ ਇਲਮ ਨਹੀਂ। ਉਹਦਾ ਇਹ ਨਜਾਇਜ਼ ਫਾਇਦਾ ਉਠਾ ਕੇ ਨੌਕਰੀਆਂ ਵੀ ਦਿੰਦੇ ਆ ਤੇ ਦਿਹਾੜੀ ਤੇ ਪੱਕਾ ਨਹੀਂ ਰੱਖਦੇ। ਤੋ ਦਿਹਾੜੀ ਤੇ ਜਿਹੜੇ ਰੱਖਦੇ ਨੇ ਉਹ ਫਿਰ ਇਹਨਾਂ ਦੀਆਂ ਜੁੱਤੀਆਂ ਚੁੱਕਦੇ ਨੇ ਠੇਕੇ ਤੇ। ਹਾਂ, ਤੋ ਬਿੱਲ ਮੁਕਤਾ ਸ਼ਬਦ ਹੈ। ਬਿੱਲ ਮੁਕਤਾ ਦਾ ਮਤਲਬ ਹੁੰਦਾ ਦਿਹਾੜੀ ਤੇ ਅੱਜ ਦਿਹਾੜੀ ਕੰਮ ਮਿਲਿਆ ਕਰ ਲਓ, ਕੱਲ ਨੂੰ ਨਹੀਂ ਹੈਗਾ ਤੇ ਕੋਈ ਜਾਓ। ਤੇ ਇਹ ਜਿਹੜਾ ਸਾਰਾ ਸਿਸਟਮ ਹੈ ਇਹ ਸੀਗਾ ਸਾਡੇ ਸਿਰ ਦਾ ਤਾਜ। ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਤੇ ਗ੍ਰੰਥ ਦਾ ਸਿਧਾਂਤ ਦਿੱਤਾ ਸੀ। ਮੀਰੀ ਪੀਰੀ ਦਾ ਕਨਸੈਪਟ ਗੁਰੂ ਨਾਨਕ ਸਾਹਿਬ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦਿੱਤਾ ਸੀ। ਅਕਾਲ ਤਖਤ ਦਾ ਮੁਕਾਮ ਤੇ ਦਸਮ ਪਾਤਸ਼ਾਹ ਤੋਂ ਬਾਅਦ ਪੰਥ ਤੇ ਗ੍ਰੰਥ ਦਾ ਸਿਧਾਂਤ ਉੱਥੇ ਪ੍ਰਕਾਸ਼ ਹੋਣਾ ਚਾਹੀਦਾ ਸੀ, ਜਿਹਨੂੰ ਕੋਈ ਚੈਲੰਜ ਨਹੀਂ। ਜੀ, ਭਾਈ ਰਣਜੀਤ ਸਿੰਘ ਜੀ ਜਿਹੜੇ ਕਿ ਸਾਬਕਾ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ, ਔਰ ਲਗਾਤਾਰ ਉਹ ਬੋਲਦੇ ਰਹੇ ਨੇ ਇਹਨਾਂ ਚੀਜ਼ਾਂ ਦੇ ਵਿਰੁੱਧ। ਮੈਂ ਕਦੀ ਉਹਨਾਂ ਨੂੰ ਵੈਸੇ ਸ਼ਾਂਤ ਹੋਇਆ ਨਹੀਂ ਦੇਖਿਆ ਕਿ ਉਹ ਬਹਿ ਗਏ ਹੁਣ ਵੀ 2 ਮਹੀਨੇ ਨਹੀਂ ਬੋਲੇ, 3 ਮਹੀਨੇ ਨਹੀਂ ਬੋਲੇ, ਲਗਾਤਾਰ ਬੋਲਦੇ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਸਰਵਉੱਚ ਹੈ? ਜਿਸ ਕੱਲ੍ਹ ਦੀ ਜਿਹੜੀ ਮੀਟਿੰਗ ਹੋਈ ਹੈ, ਜੋ ਕੁਝ ਉਹਦੇ ਵਿੱਚ ਇਹਨੂੰ ਇੱਕ ਟਰਨ ਦਿੱਤਾ ਗਿਆ ਜੀ, ਉਸ ਮੁੱਦੇ ਦੇ ਉੱਤੇ ਵੀ ਅਸੀਂ ਗੱਲਬਾਤ ਜਿਹੜੀ ਹੈ ਜੀ ਉਹ ਕਰਾਂਗੇ ਭਾਈ ਰਣਜੀਤ ਸਿੰਘ ਜੀ ਦੇ ਨਾਲ। ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ। ਸਵਾਗਤ ਹੈ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਫਾਇਰ ਲਾਈਨ ਦੇ ਵਿੱਚ ਸਾਡੇ ਨਾਲ ਅੱਜ ਮਹਿਮਾਨ ਮੌਜੂਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ। ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਮੌਜੂਦਾ ਜਿਹੜਾ ਇਸ ਵੇਲੇ ਚੱਲ ਰਿਹਾ ਜਿਹੜਾ ਟੌਪਿਕ ਹੈ ਉਹਦੇ ਉੱਤੇ ਹੋ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ, ਉਹਦੇ ਵਾਸਤੇ ਕਾਇਮ ਕੀਤਾ ਗਿਆ ਕਮਿਸ਼ਨ, ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੋਰੀ ਨਾ ਕਰ ਦੇਣੀ ਕਿ ਉਹ ਉਸ ਕਮਿਸ਼ਨ ਦੇ ਸਾਹਮਣੇ ਪੇਸ਼ ਜਿਹੜਾ ਜੀ ਉਹ ਨਹੀਂ ਹੋਣਗੇ। ਭਾਈ ਸਾਹਿਬ, ਮੈਂ ਤੁਹਾਡੇ ਤੋਂ ਜਿਹੜਾ ਜੀ ਐਕਟ ਦੇ ਬਾਰੇ ਦੇ ਵਿੱਚ ਕੁਝ ਜਿਹੜਾ ਇੱਕ ਤਾਂ ਜਾਣਨਾ ਚਾਹੁੰਦਾ। ਇੱਕ ਤਾਂ ਗਿਆਨੀ ਗੁਰਬਚਨ ਸਿੰਘ ਹੋਰੀ ਕਹਿੰਦੇ ਆ ਜੀ ਕਿ ਅਕਾਲ ਤਖਤ ਦੇ ਕੋਲੇ ਕੋਈ ਰਿਕਾਰਡ ਨਿਗਾ ਨਾ, ਉਹ ਕਹਿੰਦੇ ਇਹੋ ਜਿਹੀਆਂ ਚਿੱਠੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਪਹਿਲੀ ਤਾਂ ਗੱਲ ਇਹ ਕਿ ਕੋਈ ਰਿਕਾਰਡ ਰੱਖਿਆ ਜਾਂਦਾ? ਦੇਖੋ, ਹਰ ਇੱਕ ਚੀਜ਼ ਦਾ ਰਿਕਾਰਡ ਆ। ਜਿਹੜੀ ਇਹ ਬਦਤਮੀਜ਼ੀ ਕੱਲ ਹੋਈ ਆ, ਖਾਸ ਕਰਕੇ ਹਿਸਟੋਰੀਕਲੀ ਗਲਤੀ ਕੀਤੀ ਹੈ ਪ੍ਰਬੰਧਕ ਕਮੇਟੀ ਦੀ, ਐਗਜ਼ੈਕਟਿਵ ਕਮੇਟੀ ਨੇ ਜੀ।
ਜਿਹੜਾ ਕਿਹਾ ਕਿ ਅਸੀਂ ਸਾਡਾ ਪ੍ਰਧਾਨ ਜਵਾਬਦੇਹ ਨਹੀਂ ਹਾਂਜੀ ਇਹ ਐਕਟ ਕੀ ਕਹਿੰਦਾ ਜੀ, ਤੁਸੀਂ ਬਹੁਤ ਬਿਹਤਰ ਐਕਟ ਜਾਣਦੇ ਜਿਹੜਾ ਇੱਕ ਐਕਟ ਆ ਜਿਹੜਾ ਪਾਰਲੀਮੈਂਟ ਭਾਰਤ ਦੀ ਪਾਰਲੀਮੈਂਟ ਨੇ ਬਣਾਇਆ। ਠੀਕ ਉਹ ਐਕਟ ਦਾ ਕੰਮ ਇਹ ਆ ਕਿ ਗੁਰੂ ਘਰ ਦੀ ਸੇਵਾ ਸੰਭਾਲ ਕਰਨੀ, ਉਹਦਾ ਮੈਨੇਜ ਕਰਨਾ। ਜੀ ਉਹਦੇ ਨਾਲ ਇੱਕ ਜੁਡੀਸ਼ੀਅਲ ਕਮਿਸ਼ਨ ਬਣਿਆ। ਜੀ ਇਹ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕਹਿੰਦਾ ਮੈਂ ਉਹਦੇ ਅੱਗੇ ਪੇਸ਼ ਨਹੀਂ ਹੋ ਸਕਦਾ। ਇਹ ਜਿਹੜਾ ਜੁਡੀਸ਼ੀਅਲ ਕਮਿਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਅੱਗੇ ਰੋਜ਼ ਪੇਸ਼ ਹੁੰਦਾ। ਅੱਛਾ ਉਹ ਸਰਕਾਰੀ ਆ। ਅੱਛਾ ਜੀ ਤੇ ਉਹਦੇ ਅੱਗੇ ਉਹ ਇਹਨੂੰ ਹੁਕਮ ਦਿੰਦਾ, ਇਹ ਮੰਨਦਾ ਪ੍ਰਧਾਨ। ਅੱਛਾ ਜੀ ਤੋ ਇਹ ਜਿਹੜਾ ਐਕਟ ਆ ਉਹ ਬਣਾਇਆ ਪਾਰਲੀਮੈਂਟ ਨੇ, ਜਿਹੜਾ ਸਿਧਾਂਤ ਹੁੰਦਾ ਉਹ ਬਣਾਉਂਦਾ ਗੁਰੂ। ਜੇ ਤੁਸੀਂ ਥੋੜਾ ਜਿਹਾ ਭਾਈ ਸਾਹਿਬ ਇਹਨੂੰ ਹੋਰ ਕਲੈਰੀਫਾਈ ਜਿਹੜਾ ਉਹ ਕਰੋ ਕਿ ਉਹ ਕਮਿਸ਼ਨ ਦੇ ਸਾਹਮਣੇ ਇਹਨਾਂ ਨੂੰ ਕਿਉਂ ਪੇਸ਼ ਹੋਣਾ ਪੈਂਦਾ ਜੀ? ਉਹ ਸਾਰੀ ਨਿਗਰਾਨੀ ਉਹ ਜਿਹੜਾ ਨਾ ਜਿਹੜੀ ਪ੍ਰਬੰਧਕ ਕਮੇਟੀ ਦਾ ਐਕਟ ਬਣਿਆ ਉਹਦੇ ਵਿੱਚ ਉਹਦੇ ਵਿੱਚ ਸਹੂਲਤ ਆ ਸਰਕਾਰ ਨੇ ਕਿ ਜਿਹੜਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਕੇਸ ਆ ਉਹ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਜਿਹੜਾ ਉਹਨੂੰ ਉਹਦੇ ਵਿੱਚ ਲਿਜਾਇਆ ਜਾਊਗਾ। ਉਹ ਸੈਂਟਰ ਦੇ ਅੰਡਰ ਹੈ, ਅਦਾਲਤ ਹੈ, ਇੱਕ ਕਿਸਮ ਦੀ ਅਦਾਲਤ ਆ। ਉਹਦੀ ਤਨਖਾਹ ਜੱਜ ਦੀ ਸਰਕਾਰ ਦਿੰਦੀ ਹੈ। ਅੱਛਾ ਜੀ ਤੇ ਉਹ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਜਿਸ ਤਰ੍ਹਾਂ ਪ੍ਰਧਾਨ ਨੇ ਮਿਸਾਲ ਦੇ ਤੌਰ ਤੇ ਕਿਸੇ ਮੁਲਾਜ਼ਮ ਨੂੰ ਕੱਢ ਦਿੱਤਾ, ਉਹਨੂੰ ਨੌਕਰੀ ਤੋਂ ਕੱਢਤਾ, ਉਹ ਮੁਲਾਜ਼ਮ ਉਸ ਕਮਿਸ਼ਨ ਦੇ ਕੋਲ ਜਾ ਸਕਦਾ। ਅੱਛਾ ਜੀ ਉਹ ਫਿਰ ਪ੍ਰਧਾਨ ਨੂੰ ਤਲਬ ਕਰ ਸਕਦਾ। ਉਹ ਜਾਂਦਾ ਤੇ ਉਹ ਪ੍ਰਧਾਨ ਨੂੰ ਤਲਬ ਕਰਦਾ ਵੀ ਇਹਨੂੰ ਕਿਉਂ ਕੱਢਿਆ ਗਿਆ। ਅੱਛਾ ਜੀ ਜੇ ਫਰਜ਼ ਕਰ ਲਓ ਪ੍ਰਧਾਨ ਹਾਰ ਜਾਵੇ ਉਹ 'ਚ, ਜਾਂ ਉਹ ਜਿਹੜਾ ਐਪਲੀਕੇਸ਼ਨ ਦੇਣ ਵਾਲਾ ਮੁਲਾਜ਼ਮ ਹਾਰ ਜਾਵੇ ਤੇ ਉਹ ਹਾਈ ਕੋਰਟ ਜਾਂਦਾ। ਅੱਛਾ ਜੀ ਤੋ ਹਾਈ ਕੋਰਟ ਅਪੀਲ ਕਰ ਸਕਦਾ ਐਕਟ ਅਨੁਸਾਰ। ਅੱਛਾ ਜੀ ਤੋ ਹਾਈ ਕੋਰਟ ਜਦੋਂ ਅਪੀਲ ਕਰਦਾ ਉਦੋਂ ਪ੍ਰਧਾਨ ਨੂੰ ਫਿਰ ਤਲਬ ਕੀਤਾ ਜਾਂਦਾ ਤੇ ਜਾਂਦਾ ਹੈ, ਜਵਾਬ ਦਿੰਦਾ। ਔਰ ਹਜ਼ਾਰਾਂ ਕੇਸਾਂ 'ਚ ਇਹ ਗਏ ਨੇ। ਦੂਸਰੀ ਗੱਲ ਇਹ ਆ ਕਿ ਇਹ ਜਿਹੜਾ ਐਕਟ ਆ ਇਹ ਸਰਕਾਰ ਨੇ ਬਣਾਇਆ, ਜਿਹੜਾ ਸਿਧਾਂਤ ਆ ਉਹ ਗੁਰੂ ਸਾਹਿਬ ਨੇ ਬਣਾਇਆ। ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਆ ਉਹ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਦਰਜ ਆ ਕਿ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਪੈਗੰਬਰ ਨੇ, ਕਿਸੇ ਵੀ ਧਰਮ ਦੇ ਆਗੂ ਨੇ ਆਪਣੀ ਉਮਤ ਲਈ ਕੋਈ ਸਿਧਾਂਤ ਬਣਾਇਆ, ਕੋਈ ਰੂਲ ਰੈਗੂਲੇਸ਼ਨ ਮਰਿਆਦਾ ਬਣਾਈ ਆ ਤੇ ਉਹਦੇ ਵਿੱਚ ਭਾਰਤ ਦਾ ਸੰਵਿਧਾਨ ਦਖਲਅੰਦਾਜ਼ੀ ਨਹੀਂ ਕਰੂਗਾ। ਇਹ ਫੈਕਟ ਆ। ਪਰ ਉਹ ਸੰਵਿਧਾਨ ਜਿਹੜਾ ਉਹਦੇ ਵਿੱਚ ਜਿਹੜਾ ਜੋ ਕੁਝ ਦਰਜ ਆ ਉਹ ਐਕਟ ਨਹੀਂਗਾ, ਉਹ ਇੱਕ ਸਿਧਾਂਤ ਆ, ਇੱਕ ਜਿਹੜਾ ਗੁਰੂ ਸਾਹਿਬ ਨੇ ਆਪਣੀ ਉਮਤ ਨੂੰ ਦਿੱਤਾ। ਉਹ ਸਿਧਾਂਤ ਵਿੱਚ ਪ੍ਰਬੰਧਕ ਕਮੇਟੀ ਨਹੀਂ ਆਉਂਦੀ, ਉਹਦੇ ਵਿੱਚ ਆਉਂਦੀ ਆ ਅਕਾਲ ਤਖਤ ਜਥੇਦਾਰ ਦੀ ਸੀਟ ਔਰ ਪਦਵੀ, ਔਰ ਦੂਸਰਾ ਗੁਰੂ ਅਰਜਨ ਦੇਵ ਜੀ ਵੱਲੋਂ ਸਥਾਪਿਤ ਕੀਤੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੀ ਪਦਵੀ। ਇਹ ਜਿਹੜੀਆਂ ਦੋਵੇਂ ਪਦਵੀਆਂ ਇਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਜਾਂ ਹੈੱਡ ਗ੍ਰੰਥੀ ਦਰਬਾਰ ਸਾਹਿਬ ਨੂੰ ਅਦਾਲਤ ਬੁਲਾਵੇ ਤੇ ਉਹ ਕਹਿ ਸਕਦੇ ਆ, ਲੇਕਿਨ ਪ੍ਰਬੰਧਕ ਕਮੇਟੀ ਨਹੀਂ ਕਹਿ ਸਕਦੀ। ਮੈਂ ਤੁਹਾਨੂੰ ਅੱਜ ਉਹ ਇਹਨਾਂ ਦੀ ਕਰਤੂਤ ਦੱਸਦਾ ਜਿਹੜੀ ਇਹਨਾਂ ਨੇ ਬੇਅੰਤ ਸਿੰਘ ਤੇ ਕੇਰ ਸਿੰਘ ਦੇ ਕੇਸ ਵਿੱਚ ਕੀਤੀ ਜੀ। ਬੇਅੰਤ ਸਿੰਘ ਤੇ ਕੇਰ ਸਿੰਘ ਜਿਹੜੇ ਅੰਮ੍ਰਿਤਪਾਨ ਕਰਕੇ ਗਏ ਅਕਾਲ ਤਖਤ ਤੋਂ ਜੀ, ਤੋਂ ਅੰਮ੍ਰਿਤਪਾਨ ਕਰਕੇ ਜਦੋਂ ਗਏ ਤਾਂ ਕੇਰ ਸਿੰਘ ਨੂੰ ਫਾਹੇ ਲਾਉਣ ਲਈ ਉਹਨੂੰ 120B ਦੇ ਤਹਿਤ ਸਜ਼ਾ ਦਿਵਾਉਣ ਲਈ ਅਕਾਲ ਤਖਤ ਦਾ ਰਿਕਾਰਡ ਅਕਾਲ ਤਖਤ ਤੋਂ ਲਿਆਂਦਾ ਗਿਆ। ਅੱਛਾ ਜੀ ਬਕਾਇਦਾ CBI ਨੂੰ ਪੇਸ਼ ਕੀਤਾ ਗਿਆ ਤੇ ਨਾਲ ਉਹਦੀ ਗਵਾਹੀ ਕਰਵਾਈ ਗਈ। ਉਹ ਕਿਸ ਤਰ੍ਹਾਂ ਹੋ ਗਈ? ਅੱਛਾ ਜੀ ਜਦ ਕਿ ਇਹ ਨਹੀਂ ਸੀ ਹੋਣਾ ਚਾਹੀਦਾ। ਪਰ ਅੱਜ ਅਸੀਂ ਇਹ ਕਹਿ ਸਕਦੇ ਹਾਂ ਜੇ ਕੇਰ ਸਿੰਘ ਫਾਂਸੀ ਲੱਗਾ तो ਉਹ ਅਕਾਲ ਤਖਤ ਵੱਲੋਂ ਉਹ ਰਜਿਸਟਰ ਦੇਣ ਕਰਕੇ ਲੱਗਾ ਜਿਹਦੇ ਤੇ ਇਹ ਦਰਜ ਸੀ ਕਿ ਕੇਰ ਸਿੰਘ ਨੇ ਤੇ ਬੇਅੰਤ ਸਿੰਘ ਨੇ ਅੰਮ੍ਰਿਤਪਾਨ ਇਸ ਦਿਨ ਆ ਕੇ ਇੱਥੋਂ ਕੀਤਾ। ਅੱਛਾ ਉਹਦੀ ਗਵਾਹੀ ਹੋਈ ਤੇ ਭੇਜਿਆ ਇਹਨਾਂ ਨੇ। ਉਹ ਕਿਵੇਂ ਹੋ ਗਈ? ਫਿਰ ਕੱਲ ਦੀਆਂ ਗੱਲਾਂ ਨੇ ਜਦੋਂ ਪ੍ਰਬੰਧਕ ਕਮੇਟੀ ਹਾਰ ਗਈ, ਇੱਕ ਕੇਸ ਚੱਲਿਆ ਉਹਦੇ ਵਿੱਚ ਜਵਾਬ ਤਲਬੀ ਜਿਹੜੀ ਹੋਈ ਉਹ ਪ੍ਰਧਾਨ ਨੇ ਕੀਤੀ। ਉਹਦੇ ਬਾਅਦ ਹਾਰ ਗਈ, ਪ੍ਰਧਾਨ ਸੁਪਰੀਮ ਕੋਰਟ ਗਿਆ। ਕਿਵੇਂ ਚਲੇ ਗਿਆ? ਜਾ ਕੇ ਅਪੀਲ ਕੀਤੀ ਕਿ ਸਾਡੀ ਕਮੇਟੀ ਜਿਹੜੀ ਆ ਉਹ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਕੇ ਸਟੇ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਨਹੀਂ ਦਿੱਤਾ। ਸੁਪਰੀਮ ਕੋਰਟ ਦੇ ਆਰਡਰ ਨਾਲ ਪਿਛਲੀ ਐਗਜ਼ੈਕਟਿਵ ਕੰਮ ਕਰਦੀ ਰਹੀ। ਉੱਥੇ ਪ੍ਰਧਾਨ ਕਿੱਥੇ ਗਿਆ ਸੀ? ਤੋ ਅੱਜ ਤੱਕ ਵੀ ਪ੍ਰਧਾਨ ਜਿਹੜਾ ਇਹ ਕੋਰਟਾਂ 'ਚ ਪੇਸ਼ ਹੁੰਦਾ ਆ ਰਿਹਾ। ਦੂਸਰੀ ਗੱਲ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬੜਾ ਕਲੀਅਰ ਕਿਹਾ ਕਿ ਅਗਰ ਤੁਸੀਂ ਨਹੀਂ ਆਉਣਾ ਚਾਹੁੰਦੇ ਤੇ ਆਪਣਾ ਨੁਮਾਇੰਦਾ ਭੇਜ ਦਿਓ। ਨੁਮਾਇੰਦਾ ਭੇਜ। ਇਸ ਤੋਂ ਵੀ ਜਿਹੜੀ ਮਹੱਤਵਪੂਰਨ ਗੱਲ ਆ ਕਿਉਂਕਿ ਕੇਸ ਸਾਡੇ ਫੇਵਰ 'ਚ ਸਾਡੀ ਸਿੱਖ ਕੌਮ ਨੂੰ ਉਹ ਜਸਟਿਸ ਦਿਵਾਉਣ ਲਈ ਇੱਕ ਇਨਕੁਆਇਰੀ ਹੈ ਤੇ ਉਹਦੇ ਵਿੱਚ ਤੂੰ ਇਸ ਪ੍ਰਧਾਨ ਨੂੰ ਚਾਹੀਦਾ ਸੀ ਵੱਧ ਤੋਂ ਵੱਧ ਸਹਿਯੋਗ ਕਰਦਾ, ਵੱਧ ਤੋਂ ਵੱਧ ਕਮਿਸ਼ਨ ਨੂੰ ਆਪ ਜਾ ਕੇ ਐਗਜ਼ੈਕਟਿਵ ਜਾ ਕੇ ਆਪਣਾ ਕੇਸ ਪੇਸ਼ ਕਰਦੀ ਤੇ ਪ੍ਰੂਫ ਲੈ ਕੇ ਉਹਨਾਂ ਨੂੰ ਦੱਸਦੀ ਕਿ ਤੁਸੀਂ ਹੋਰ ਦੱਸੋ ਸਾਡੇ ਤੋਂ ਕੀ ਚਾਹੁੰਦੇ ਹੋ, ਤਾਂ ਕਿ ਸਾਡੀ ਸਿੱਖ ਸੰਗਤ ਪੰਜਾਬ ਦੇ ਲੋਕ ਇਹ ਜਾਣ ਸਕਦੇ ਕਿ ਇਹਦੇ ਵਿੱਚ ਕਿਸੇ ਦਾ ਦੋਸ਼ ਹੈਗਾ ਤੇ ਉਹ ਜਸਟਿਸ ਜਿਹੜਾ ਕਲੀਅਰ ਕਰ ਸਕੇ। ਮੈਨੂੰ ਇਹ ਲੱਗਦਾ ਹੈ ਕਿ ਆਪਣੇ ਪਾਪਾਂ ਤੇ ਪਰਦਾ ਪਾਉਣ ਲਈ ਆਪਣੇ ਪਾਪਾਂ ਦੀ ਗੰਢ ਨੂੰ ਖੋਲਣਾ ਨਹੀਂ ਚਾਹੁੰਦੇ ਕਿਉਂਕਿ ਪਰਤਾਂ ਖੁੱਲਣਗੀਆਂ।
ਤੇ ਉਹਦੇ ਵਿੱਚ ਉਹੀ ਹੋਊਗਾ ਜਿਹੜਾ ਅੱਜ ਸੁੱਚਾ ਸਿੰਘ ਲੰਗਾਹ ਦੇ ਨਾਲ ਹੋਇਆ। ਤੇ ਇਹ ਲੋਕ ਜਿਹੜੇ ਆ ਆਪਣੇ ਮਾਲਕ ਨੂੰ ਉਹਦੀ ਖੁਸ਼ੀ ਲੈਣ ਲਈ ਇਹ ਪ੍ਰਬੰਧਕ ਕਮੇਟੀ ਨੇ ਬੜੀ ਇਤਿਹਾਸਕ ਭੁੱਲ ਕੀਤੀ ਆ, ਬੜੀ ਵੱਡੀ ਗਲਤੀ ਕੀਤੀ ਆ। ਇਹ ਜਿਹੜਾ ਪ੍ਰਧਾਨ ਬਡੂੰਗਰ ਆ ਇਹ ਸਿਆਸੀ ਡਰਾਮਿਆਂ 'ਚ ਸੜਕ ਤੇ ਬੈਠ ਸਕਦਾ। ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਇਹ ਸੜਕ ਤੇ ਧਰਨਿਆਂ 'ਚ ਬੈਠ ਸਕਦਾ, ਉੱਥੇ ਇਹਨੂੰ ਇਜਾਜ਼ਤ ਆ। ਤੇ ਇੱਕ ਡਾਕੂਮੈਂਟ ਚਾਹੀਦਾ ਜਿਹੜਾ ਸਿੱਖ ਕੌਮ ਨੂੰ ਜਸਟਿਸ ਦਿਵਾਉਣ ਲਈ ਇਨਕੁਆਇਰੀ ਚੱਲ ਰਹੀ ਆ ਬਰਗਾੜੀ ਕਾਂਡ ਦੀ, ਉਹ ਡਾਕੂਮੈਂਟ ਕਿਉਂ ਨਹੀਂ ਦਿੰਦੇ? ਕਿਉਂਕਿ ਇਹ ਪਾਪੀ ਨੇ, ਇਹਨਾਂ ਨੇ ਪਾਪ ਕੀਤਾ, ਇਹਨਾਂ ਨੇ ਗੁਨਾਹ ਕੀਤਾ, ਇਹਨਾਂ ਨੇ ਦੋਸ਼ੀ ਨੂੰ ਬਚਾਉਣ ਲਈ ਜੋ ਕੁਝ ਵੀ ਕੀਤਾ ਉਹ ਵਿਦ ਪ੍ਰੂਫ ਕੀਤਾ, ਤੇ ਉਹ ਪ੍ਰੂਫ ਹੁਣ ਉਹਦੀਆਂ ਪਰਤਾਂ ਖੁੱਲਣ ਵਾਲੀਆਂ ਨੇ। ਇਸ ਕਰਕੇ ਇਹ ਪਾਪ ਕਮਾ ਰਹੇ ਨੇ। ਔਰ ਇਹ ਝੂਠ ਆ ਕਿ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਦਾਲਤ 'ਚ ਨਹੀਂ ਜਾ ਸਕਦਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ 100 ਕਰੋੜ ਦਾ ਦਾਅਵਾ ਕੀਤਾ ਬਲੂ ਸਟਾਰ ਦਾ, ਉਹ ਕੋਰਟ 'ਚ ਕੀਤਾ ਔਰ ਕੋਰਟ ਫੀਸ ਲਾ ਕੇ ਉਹਦੇ ਨਾਲ ਐਫੀਡੇਵਿਟ ਦਿੱਤਾ, ਉਹ ਕਿਵੇਂ ਚਲੇ ਗਿਆ? ਤੇ ਇਹ ਕਾਲ ਤਖਤ ਦਾ ਨਾਂ ਲੈਣਾ ਕਿ ਇਹ ਆ ਇਹ ਉਹ ਹੈ, ਜਾ ਨਹੀਂ ਸਕਦਾ। ਕਾਲ ਤਖਤ ਕਦੀ ਨਾ ਗਿਆ ਤੇ ਨਾ ਜਾਊਗਾ, ਨਾ ਉਹਨੂੰ ਲੋੜ ਆ। ਇਹਦਾ ਜਥੇਦਾਰ ਜਿਹੜਾ ਉਹਨੂੰ ਇਹ ਬੇਈਮਾਨੀਆਂ ਆਪਣੇ ਆਕਾ ਨੂੰ ਖੁਸ਼ ਕਰਨ ਲਈ ਨਹੀਂ ਕਰਨੀਆਂ ਚਾਹੀਦੀਆਂ। ਜਿਹੜੇ ਭਾਈ ਸਾਹਿਬ ਜਿਹੜੇ ਉਹ ਇਸ਼ਤਿਹਾਰ ਦਿੱਤੇ ਨੇ ਉਹ ਅਕਾਲ ਤਖਤ ਨੇ ਤਾਂ ਦਿੱਤੇ ਨਹੀਂ, ਉਹ ਪ੍ਰਬੰਧਕ ਕਮੇਟੀ ਦੇ ਖਾਤੇ 'ਚੋਂ ਗਏ ਨੇ। ਅਕਾਲ ਤਖਤ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ। ਉਹ ਜਿਹੜੇ 90 ਲੱਖ ਤੋਂ ਵੱਧ ਇਸ਼ਤਿਹਾਰ ਗਏ ਨੇ ਉਹ ਬਕਾਇਦਾ ਉਹਦਾ ਬਿੱਲ ਪ੍ਰਧਾਨ ਦੇ ਸਾਈਨ ਦੇ ਨਾਲ ਇਸ਼ੂ ਕੀਤਾ ਗਿਆ ਅਖਬਾਰਾਂ ਨੂੰ। ਔਰ ਇਥੋਂ ਤੱਕ ਕਿ ਇੱਕ ਹਜੂਰ ਸਾਹਿਬ ਦਾ ਲੈਟਰ ਪੈਡ ਮੰਗਵਾਇਆ ਗਿਆ, ਉਹਦੇ ਤੇ ਉਹਨਾਂ ਤੋਂ ਵੀ ਪ੍ਰਸ਼ੰਸਾ ਕੀਤੀ ਗਈ, ਇਸ ਫੈਸਲੇ ਦੀ ਕਰਵਾਈ ਗਈ, ਲਿਖਿਆ ਆਪ, ਤੇ ਉਹਦੀ ਪੇਮੈਂਟ ਵੀ ਇੱਥੇ ਹੋਈ। ਤੋ ਇਹ ਜਿਹੜੀ ਪੇਮੈਂਟ ਕੀਤੀ ਉਹ ਪ੍ਰਬੰਧਕ ਕਮੇਟੀ ਨੇ ਕੀਤੀ ਹੈ। ਜਿਹੜਾ ਜਥੇਦਾਰ ਉਹਨੂੰ ਤੇ ਦੀਵਾਨੀ ਦਾ ਉਹ ਨਹੀਂ ਹੈਗੀ ਸਹੂਲਤ ਹੈਗੀ, 10 ਪੈਸੇ ਵੀ ਦੇਣ ਦੀ ਕਿਸੇ ਨੂੰ ਪਾਵਰ ਨਹੀਂ ਹੈਗੀ। ਉਹਨੂੰ ਕੌਣ ਪੁੱਛਦਾ? ਇਹ ਪੁਆਇੰਟ ਤੁਸੀਂ ਬਿਲਕੁਲ ਜਿਹੜਾ ਜੀ ਉਹ ਸਹੀ ਕਰੋਗੇ। ਉਹਦੇ ਕੋਲੇ ਪਾਵਰ ਨਹੀਂ ਹੈ ਕਿ ਇਸ਼ਤਿਹਾਰ ਉਹ ਦੇ ਸਕੇ ਜਾਂ ਕੁਝ ਕਰ ਸਕੇ। ਔਰ ਦੂਸਰੀ ਗੱਲ ਜਿਹੜੇ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਹੈ ਉਹਨੇ ਬੜਾ ਕਲੀਅਰ ਇਹ ਗੱਲ ਕਹੀ ਹੈ ਕਿ ਅਕਾਲ ਤਖਤ ਨੂੰ ਸਮਨ ਨਹੀਂ ਕੀਤੇ। ਨਹੀਂ, ਜਿਹੜਾ ਉਹਦਾ ਫੈਸਲਾ ਆ ਜਿਹੜਾ ਉਹ ਆਲਰੇਡੀ ਇਸ਼ੂ ਕਰ ਚੁੱਕੇ, ਉਹ ਤੇ ਪ੍ਰੈਸ ਨੂੰ ਵੀ ਕਰ ਚੁੱਕੇ ਆ, ਉਹ ਦੇਣ 'ਚ ਕੀ ਹਰਜ ਆ? ਉਹ ਛਪਾਵੇ ਤਾਂ ਆ ਜੇ ਕੌਮ ਦੀ ਹੇਠੀ ਹੁੰਦੀ ਹੋਵੇ, ਕੌਮ ਦਾ ਕੋਈ ਨੁਕਸਾਨ ਹੁੰਦਾ ਹੋਵੇ। ਜਿੱਥੇ ਕੌਮ ਦਾ ਨੁਕਸਾਨ ਹੋਇਆ, ਕੇਰ ਸਿੰਘ ਫਾਇਲ ਲੱਗ ਗਿਆ, ਉਹ ਤੇ ਤੁਸੀਂ ਆਪ ਰਜਿਸਟਰ ਪੇਸ਼ ਕਰਵਾ ਕੇ ਆਪਣੇ ਅਧਿਕਾਰੀ ਤੋਂ ਗਵਾਹੀ ਦਵਾਈ ਉੱਥੇ ਕੋਰਟ ਦੇ ਵਿੱਚ, ਉਹ ਫਾਇਲ ਲੱਗਾ। ਉਦੋਂ ਤੁਸੀਂ ਅਦਾਲਤ 'ਚ ਦੇ ਸਕਦੇ ਹੋ, ਉਦੋਂ ਦੇ ਸਕਦੇ, ਅੱਜ ਨਹੀਂ ਦੇ ਸਕਦੇ। ਜਿਹੜੇ ਭਾਈ ਸਾਹਿਬ ਜਿੱਥੇ ਹੁਣ ਜਿਹੜੀ ਹੈ ਜੀ ਉਹ ਗੱਲ ਖੜੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਇਹਦੀ ਜਾਂਚ ਨਹੀਂ ਕਰਵਾਈ, ਕਿ ਉਹਦਾ ਜਾਂਚ ਕਰਵਾਉਣਾ ਨਹੀਂ ਬਣਦਾ ਸੀਗਾ ਕਿ ਜਸਟਿਸ ਸਾਹਮਣੇ ਨਹੀਂ ਉਹ ਪੇਸ਼ ਹੋਣਾ ਚਾਹੁੰਦੇ, ਉਹ ਆਪ ਕਰਵਾਉਂਦੀ ਜਾਂਚ? ਅਸਲ 'ਚ ਮੈਂ ਉਹੀ ਕਹਿਣਾ ਕਿ ਇਤਿਹਾਸਕ ਭੁੱਲ ਕੀਤੀ ਆ। ਰਿਕਾਰਡ ਦੇ ਵਿੱਚ ਇਹ ਕਲੰਕ ਲੱਗ ਗਿਆ ਐਗਜ਼ੈਕਟਿਵ ਕਮੇਟੀ ਤੇ, ਜਿਹੜਾ ਇਹਨਾਂ ਨੇ ਇਹ ਕਿਹਾ ਕਿ ਦਸਤਾਵੇਜ਼ ਜਾਂ ਅਸੀਂ ਪੇਸ਼ ਨਹੀਂ ਹੋ ਸਕਦੇ ਕਿਸੇ ਕਮਿਸ਼ਨ ਦੇ ਅੱਗੇ। ਇਹ ਕੌਮ ਨਾਲ ਸੰਬੰਧਿਤ, ਧਰਮ ਨਾਲ ਸੰਬੰਧਿਤ ਮਸਲਾ ਸੀ, ਗੁਰੂ ਨਾਲ ਸੰਬੰਧਿਤ ਮਸਲਾ ਸੀ, ਜਿਹਦੇ ਵਿੱਚ ਪ੍ਰਬੰਧਕ ਕਮੇਟੀ ਜੇ ਆਪ ਕੁਝ ਨਹੀਂ ਕਰ ਸਕੀ ਤੇ ਅਗਰ ਸਰਕਾਰ ਨੇ ਆਰਡਰ ਦਿੱਤੇ ਆ, ਇਹ ਕਮਿਸ਼ਨ ਕੈਂਪ ਕੀਤਾ, ਉਹਨੂੰ ਸਪੋਰਟ ਕਰਨੀ ਚਾਹੀਦੀ ਸੀ, ਉਹਨੂੰ ਸਹਿਯੋਗ ਦੇਣਾ ਚਾਹੀਦਾ ਸੀ, ਤਾਂ ਕਿ ਜਿਨ੍ਹਾਂ ਦੇ ਬੱਚੇ ਮਰ ਗਏ ਆ ਉਹਨਾਂ ਨੂੰ ਇੱਕ ਰਿਲੀਫ ਮਿਲਦੀ, ਉਹਨਾਂ ਨੂੰ ਇੱਕ ਤਸੱਲੀ ਹੁੰਦੀ। ਸਾਡੀ ਸਿੱਖ ਕੌਮ ਜਿਹੜੀ ਇਸ ਅੱਗ 'ਚ ਸੜੀ ਪਈ ਆ, ਉਹਨੂੰ ਇੱਕ ਰਿਲੀਫ ਮਿਲਦੀ ਕਿ ਹਾਂ ਇਹ ਆਪਣੇ ਪਾਪ ਛਪਾਉਂਦੇ ਪਏ ਨੇ, ਇਹ ਗੁਨਾਹ ਛਪਾਉਂਦੇ ਪਏ ਨੇ ਆਪਣੇ, ਇਹ ਡਾਕੂਮੈਂਟ ਨਹੀਂ ਛਪਾਉਂਦੇ। ਇੱਕ ਡਾਕੂਮੈਂਟ ਆ ਅਕਾਲ ਤਖਤ ਤੋਂ ਇਸ਼ੂ ਹੋ ਚੁੱਕਾ ਹੁਕਮਨਾਮਾ, ਉਹਨੂੰ ਕੋਈ ਵੀ ਕਿਤੇ ਵੀ ਦੇ ਦਿੱਤਾ ਜਾ ਸਕਦਾ, ਉਹਨੂੰ ਜਥੇਦਾਰ ਅਕਾਲ ਤਖਤ ਥੋੜਾ ਲਿਜਾ ਕੇ ਦੇ ਸਕਦਾ। ਸਾਡੇ ਵੱਲੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਭਨਿਆਰਾਂ ਵਾਲੇ ਦੇ ਖਿਲਾਫ, ਉਹਨੂੰ 500 ਛੇਕਿਆ ਗਿਆ ਸੀ, ਤੇ ਉਹ ਸਾਡੇ ਕੋਲੋਂ ਆ ਕੇ ਮੰਗਿਆ ਗਿਆ ਜੀ ਸਾਨੂੰ ਉਹ ਰਿਕਾਰਡ ਚਾਹੀਦਾ ਸੀ। ਮੈਂ ਉਹਨੂੰ ਆਪ ਦਿੱਤਾ, ਸਾਈਨ ਕਰਕੇ ਦਿੱਤਾ ਕਿ ਇਹ ਅਕਾਲ ਤਖਤ ਤੋਂ ਇਸ਼ੂ ਹੋਇਆ, ਅਸੀਂ ਤੁਹਾਨੂੰ ਇਹਦੀ ਕਾਪੀ ਦੇ ਰਹੇ ਹਾਂ। ਉਹ ਕਿਉਂ ਨਹੀਂ ਦਿੱਤਾ ਜਾ ਸਕਦਾ? ਪੇਸ਼ ਹੋਣਾ ਹੋਰ ਗੱਲ ਆ। ਦੂਸਰੀ ਗੱਲ, ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਤੇ ਇਹ ਵੀ ਕਿਹਾ ਕਿ ਜੇ ਤੁਸੀਂ ਨਹੀਂ ਆ ਸਕਦੇ ਤੁਸੀਂ ਆਪਣਾ ਨੁਮਾਇੰਦਾ ਭੇਜ ਦਿਓ। ਤੁਹਾਨੂੰ ਭਾਈ ਸਾਹਿਬ ਇਹ ਕੀ ਲੱਗਦਾ ਹੈ ਕਿ ਹੁਣ ਜਿਵੇਂ ਜਿਹੋ ਜਿਹਾ ਬਿਆਨ ਕੱਲ ਕਿਰਪਾਲ ਸਿੰਘ ਬਡੂੰਗਰ ਹੋਰਾਂ ਨੇ ਦਿੱਤਾ ਕਿ ਉਹ ਤਾਂ ਕਾਂਗਰਸੀ ਹੈ, ਜਾਂ ਕਾਂਗਰਸ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਜਿਹੜੀ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਹੈ, ਇਹ ਨਵੀਂ ਦੁਸ਼ਮਣੀ ਕੀਤੀ, ਤੁਹਾਨੂੰ ਲੱਗਦਾ ਕਿ ਜਿਹੜੇ ਜਸਟਿਸ ਰਣਜੀਤ ਸਿੰਘ ਹੋਰੀ ਨੇ ਉਹਨਾਂ ਨੂੰ ਹੁਣ ਅਕਾਲ ਤਖਤ ਤੇ ਤਾਂ ਨਹੀਂ ਸੱਦਿਆ ਜਾਊਗਾ ਕਿਤੇ? ਇਹ ਬਾਦਲ ਕੁਝ ਵੀ ਕਰ ਸਕਦਾ, ਬਾਦਲ ਦਾ ਜਥੇਦਾਰ ਕੁਝ ਵੀ ਕਰ ਸਕਦਾ, ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੇਕਿਨ ਹੁਣ ਸਿੱਖ ਸੁੱਤੇ ਹੋਏ ਨਹੀਂਗੇ, ਹੁਣ ਸਿੱਖ ਜਾਗਦੇ। ਉਹ ਸਮਾਂ ਨਿਕਲ ਗਿਆ, ਉਹ ਵੇਲਾ ਨਿਕਲ ਗਿਆ। ਇਹ ਬਡੂੰਗਰ ਇੱਕ ਬਲਾਤਕਾਰੀ ਜਿਹਦੀ ਰਿਕਾਰਡਿੰਗ ਆ ਚੁੱਕੀ ਆ ਪ੍ਰੈਸ ਕੋਲ, ਪੁਲਿਸ ਕੋਲ, ਉਹਦੀ ਕਚਹਿਰੀ ਦੇ ਵਿੱਚ ਲੰਗਰ ਲਿਜਾ ਕੇ ਪੇਸ਼ ਕਰ ਰਿਹਾ, ਲੰਗਰ ਲਿਜਾ ਕੇ ਖਵਾ ਰਿਹਾ, ਸੇਵਾ ਕਰ ਰਿਹਾ ਸੰਗਤ ਦੀ। ਉਹ ਕਿੰਨਾ ਕੁ ਉਹਨੇ ਚੰਗਾ ਕੰਮ ਕੀਤਾ। ਤੇ ਜਸਟਿਸ ਕਮਿਸ਼ਨ ਜਿਹੜਾ
ਸਰਕਾਰ ਨੇ ਬਣਾਇਆ, ਕਾਂਗਰਸ ਨੇ ਸਰਕਾਰ ਨੇ ਬਣਾਇਆ, ਤੇ ਕੀ ਗੁਨਾਹ ਕੀਤਾ? ਇਹਦਾ ਜਸਟਿਸ ਨਹੀਂ ਹੋਣਾ ਚਾਹੀਦਾ? ਤੇ ਕੀ ਜੇ ਇਹਨੇ ਜੇ ਇਹ ਗੁਨਾਹ ਕੀਤਾ ਤੇ ਇਹ ਉਹ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਜਸਟਿਸ ਕਰਵਾ ਲਿਆ ਸੀ? ਕਿਸੇ ਦੋਸ਼ੀ ਨੂੰ ਸਜ਼ਾ ਦਿੱਤੀ? ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਨਹੀਂ ਪਤਾ ਕਿ ਇਹ ਕਾਂਡ ਕੀ ਆ, ਇਹ ਕਿਸ ਦੇ ਹੁਕਮ ਨਾਲ ਹੋਇਆ, ਇਹ ਕਿਹੜੇ ਅਫਸਰ ਨੇ ਉੱਥੇ ਦਖਲਅੰਦਾਜ਼ੀ ਕੀਤੀ, ਕਿਹੜੇ ਅਫਸਰ ਦੇ ਹੁਕਮ ਨਾਲ ਗੋਲੀ ਚੱਲੀ, ਕਿਹੜੇ ਮੁਲਾਜ਼ਮਾਂ ਨੇ ਗੋਲੀ ਚਲਾਈ, ਕਿਹੜੀ ਰਾਈਫਲ ਚ ਚੱਲੀ? ਇਹ ਸੀਐਮ ਨੂੰ ਨਹੀਂ ਪਤਾ ਤੇ ਹੋਰ ਕਿਹਨੂੰ ਪਤਾ ਹੋਊਗਾ? ਕਿਹਨੂੰ ਪਤਾ ਹੋ ਜੇ ਸਰਕਾਰ ਜੇ ਇਹ ਮਾੜੀ ਆ ਸਰਕਾਰ, ਕਾਂਗਰਸ ਸਰਕਾਰ ਦੁਸ਼ਮਣ ਆ, ਤੇ ਇਹ ਸਾਡਾ ਸੱਜਣ ਆ ਇਹ ਪ੍ਰਕਾਸ਼ ਸਿੰਘ ਬਾਦਲ, ਜਿਹਨੇ ਸਾਰਾ ਜਿਹਦੇ ਹੁਕਮ ਦੇ ਵਿੱਚ ਭਾਣਾ ਵਰਤਿਆ ਸਾਰਾ। ਬਿਲਕੁਲ ਜੀ। ਔਰ ਬਨੂੰਗਰ ਨੂੰ ਚਾਹੀਦਾ ਆਪਣੇ ਆਕਾ ਨੂੰ ਖੁਸ਼ ਕਰਨ ਲਈ ਰੋਟੀਆਂ ਕਾਰਨ ਪੂਰੇ ਤਾਲ ਨਾ ਪੂਰੇ ਘੁੰਡ ਕੱਢ ਕੇ ਸਾਹਮਣੇ ਆਵੇ ਤੇ ਦੁਨੀਆ ਨੂੰ ਦੱਸੇ ਇਹ ਕਾਂਗਰਸ ਨੂੰ ਇੱਕ ਨੰਬਰ ਦੀ ਦੁਸ਼ਮਣ ਕਿਹਾ, ਇਹਦਾ ਖਹਿੜਾ ਨਹੀਂ ਛੁੱਟਣਾ। ਇਹਨੂੰ ਆਪਣੀ ਬਦਨੀਅਤ ਜਿਹੜੀ ਆ ਉਹਨੂੰ ਕਲੀਅਰ ਕਰਨਾ ਚਾਹੀਦਾ। ਭਾਈ ਰਣਜੀਤ ਸਿੰਘ ਜੀ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ, ਸਾਡੇ ਪ੍ਰੋਗਰਾਮ ਦੇ ਵਿੱਚ ਉਹ ਮਹਿਮਾਨ ਨੇ। ਜੋ ਕੁਝ ਇਹ ਸਾਰਾ ਚੱਲ ਰਿਹਾ ਕਿਉਂਕਿ ਇੱਕ ਆਸ ਜਿਹੜੀ ਆ ਉਹ ਵੱਧ ਰਹੀ ਹੈ ਕਿ ਜਿਹੜਾ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਹੈ ਉਹ ਕਿਤੇ ਨਾ ਕਿਤੇ ਜਿਹੜਾ ਜੀ ਉਹ ਨਤੀਜੇ ਦੇ ਉੱਤੇ ਪਹੁੰਚੂਗਾ। ਪਰ ਆ ਜਿਹੜੀ ਨਵਾਂ ਵਿੱਚ ਇਹਦੇ ਜਿਹੜਾ ਟਿੰਡ 'ਚ ਕਾਨਾ ਪਾਇਆ ਗਿਆ, ਇਹਦਾ ਜਿਹੜਾ ਜੀ ਉਹ ਕੀ ਅਸਰ ਪਊਗਾ, ਇਹਦੇ ਉੱਤੇ ਅਸੀਂ ਗੱਲਬਾਤ ਜਿਹੜੀ ਕਰ ਰਹੇ ਹਾਂ। ਗੱਲਬਾਤ ਜਾਰੀ ਰਹੂਗੀ। ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਬ੍ਰੇਕ ਤੋਂ ਬਾਅਦ ਅਸੀਂ ਉਹ ਲੈਣ ਦੀ ਕੋਸ਼ਿਸ਼ ਵੀ ਕਰਾਂਗੇ। ਸਕਰੀਨ ਤੇ ਆਉਂਦੇ ਨੰਬਰਾਂ ਦੇ ਉੱਤੇ ਤੁਸੀਂ ਜਿਹੜਾ ਜੀ ਉਹ ਕਾਲ ਕਰ ਸਕਦੇ ਹੋ। ਵਾਪਸ ਪਰਤ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਫਾਇਰ ਲਾਈਨ ਦੇ ਵਿੱਚ ਸਾਡੇ ਨਾਲ ਮਹਿਮਾਨ ਮੌਜੂਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ। ਔਰ ਜੋ ਕੁਝ ਇਹ ਚੱਲ ਰਿਹਾ ਜੀ, ਜਿਹੜੀਆਂ ਕੁਝ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਕਲੈਰੀਫਿਕੇਸ਼ਨ ਜਿਹੜੀਆਂ ਉਹ ਦਿੱਤੀਆਂ ਨੇ, ਮੇਰਾ ਖਿਆਲ ਸ਼ਾਇਦ ਉਹਦਾ ਚਰਚਾ ਇੱਥੋਂ ਦੇ ਅਜੇ ਮੀਡੀਆ ਦੇ ਵਿੱਚ ਕਿਤੇ ਵੀ ਨਹੀਂ ਆ। ਜਿਹੜੀ ਖਾਸ ਤੌਰ ਦੇ ਉੱਤੇ ਇੱਕ ਤਾਂ ਕੇਰ ਸਿੰਘ ਹੋਰਾਂ ਵਾਲੀ ਉਹਨਾਂ ਨੇ ਜਿਹੜੀ ਗੱਲ ਦੱਸੀ, ਦੂਸਰਾ ਜਿਹੜਾ ਸਿੱਖ ਜੁਡੀਸ਼ੀਅਲ ਕਮਿਸ਼ਨ ਹੈ ਜਿਹੜਾ ਸਰਕਾਰ ਦਾ ਗਠਿਤ ਹੈ, ਉਹਦੇ ਮੂਹਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਸਾਰੇ ਮਸਲਿਆਂ ਦੇ ਵਿੱਚ ਪੇਸ਼ ਹੋਣਾ ਪੈਂਦਾ। ਇਹ ਇੱਕ ਸਿਰਫ ਬਹਾਨੇਬਾਜ਼ੀ ਆ, ਇਹ ਕਹਿ ਦੇਣਾ ਕਿ ਅਸੀਂ ਉਹਦੇ ਸਾਹਮਣੇ ਜਿਹੜਾ ਜੀ ਉਹ ਪੇਸ਼ ਨਹੀਂ ਹੋਵਾਂਗੇ, ਕਿਉਂਕਿ ਉੱਥੇ ਰਿਕਾਰਡ ਦੱਸਣਾ ਪੈਣਾ। ਰਿਕਾਰਡ ਜਿਹੜਾ ਕੁਝ ਬੋਲਦਾ ਜੀ ਉਹ ਦੱਸਣਾ ਪਊਗਾ ਕਿ 96 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਆ ਜੀ ਉਹ ਕਿਹੜੀ ਵਜ੍ਹਾ ਕਰਕੇ ਜਿਹੜਾ ਉਹ ਦਿੱਤੇ ਗਏ ਸੀਗੇ। ਭਾਈ ਸਾਹਿਬ ਸਵਾਲ ਫਿਰ ਉੱਥੇ ਜਿਹੜਾ ਆ ਜਾਂਦਾ, ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੈਠਾ ਜਿਹੜਾ ਸਿੱਖ ਭਾਈਚਾਰਾ ਜੀ ਉਹ ਇਹ ਕਹਿੰਦਾ ਇੰਨਾ ਕੁਝ ਹੋ ਗਿਆ, ਇੰਨਾ ਕੁਝ ਜਿਹੜਾ ਉਹ ਦੇਖ ਰਹੇ ਆ ਪਿਛਲੇ ਖਾਸ ਤੌਰ ਦੇ ਉੱਤੇ 15-20 ਸਾਲ ਤੋਂ ਤਾਂ ਬਹੁਤ ਜ਼ਿਆਦਾ ਕੁਝ ਦੇਖ ਰਹੇ ਆ। ਫਿਰ ਜਿਹੜੀਆਂ ਜਥੇਬੰਦੀਆਂ ਬੋਲਦੀਆਂ ਨੇ ਉਹਨਾਂ ਦੇ ਵਿੱਚੋਂ ਤੁਸੀਂ ਇੱਕ ਹੋ, ਤੁਸੀਂ ਆਪਣੇ ਆਪ ਦੇ ਵਿੱਚ ਇੱਕ ਜਥੇਬੰਦੀ ਹੋ, ਉਹ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਜੀ? ਇੱਕ ਤਾਂ ਨੇ ਜੀ ਜਿਹੜੀਆਂ ਜਦੋਂ ਸਾਡੇ 'ਚ ਵੀ ਸਵਾਰਥ ਹੋਵੇ ਵੀ ਦਲ ਹੋਵੇ ਤੇ ਮੇਰਾ ਹੀ ਹੋਵੇ, ਗਾਂ ਵੀ ਮੇਰਾ ਮੁੰਡਾ ਹੀ ਹੋਵੇ, ਤੋ ਇਹ ਸਵਾਰਥ ਜਿਹੜਾ ਸਾਨੂੰ ਸਿਰੇ ਨਹੀਂ ਲੱਗਣ ਦਿੰਦਾ। ਮੈਂ 99 ਤੋਂ ਲੈ ਕੇ ਮੈਂ 99 'ਚ ਖਾਸ ਕਰਕੇ ਅਕਾਲ ਤਖਤ ਤੇ ਜਦੋਂ ਇਹਨਾਂ ਮੈਨੂੰ ਕੱਢਿਆ, ਅਕਾਲ ਤਖਤ ਤੇ ਖੜੇ ਹੋ ਕੇ ਅਪੀਲ ਕੀਤੀ ਸੀ ਸੰਗਤ ਨੂੰ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਸਿੱਖੀ ਦੇ ਰੁੱਖ ਤੇ ਅਮਰ ਵੇਲ ਆ, ਇਹਨੂੰ ਲਾ ਦਿਓ ਵਰਨਾ ਸਿੱਖੀ ਦੇ ਰੁੱਖ ਨੂੰ ਚੂਸ ਜਾਊਗਾ। ਅੱਜ ਤੁਸੀਂ ਦੇਖੋ ਕਿੰਨਾ ਚਿੱਟੇ ਦਿਨ ਝੂਠ, ਜਿਸ ਐਕਟ ਦੇ ਵਿੱਚ ਐਕਟ ਦੇ ਵਿਧਾਨ ਅਨੁਸਾਰ ਬਡੂੰਗਰ ਪ੍ਰਧਾਨ ਬਣਿਆ ਹੋਇਆ, ਉਸੇ ਐਕਟ ਦੇ ਵਿਧਾਨ ਅਨੁਸਾਰ ਜੁਡੀਸ਼ੀਅਲ ਕਮਿਸ਼ਨ ਬਣਿਆ, ਤੇ ਉਹ ਜੁਡੀਸ਼ੀਅਲ ਕਮਿਸ਼ਨ ਅੱਗੇ ਤੇ ਸਰ ਕਰਦਾ ਜਾ ਕੇ, ਤੇ ਜੇ ਉਹਦੇ ਹੱਕ 'ਚ ਫੈਸਲਾ ਦੇ ਦਿੰਦਾ ਤੇ ਫਿਰ ਜਿਹੜਾ ਮੁਲਜ਼ਮ ਆ ਜਾਂ ਜਿਹਨੂੰ ਇਹ ਕੱਢਦਾ ਮੁਲਾਜ਼ਮ ਨੂੰ, ਉਹ ਹਾਈ ਕੋਰਟ ਜਾਂਦਾ, ਫਿਰ ਹਾਈ ਕੋਰਟ ਇਹਨੂੰ ਤਲਬ ਕਰਦਾ ਕਿ ਕਿਉਂ ਨਾ ਤੁਹਾਡੇ ਖਿਲਾਫ ਕਾਰਵਾਈ ਕੀਤੀ, ਉੱਥੇ ਜਾ ਕੇ ਕਹਿੰਦਾ ਨਹੀਂ ਸਰ। ਤੋ ਅੱਜ ਇਹਨੂੰ ਕੀ ਪ੍ਰੋਬਲਮ ਆਈ ਆ? ਇਹ ਕਿਉਂ ਇਹ ਝੂਠ ਬੋਲਦਾ ਪਿਆ, ਕਿਉਂ ਇਹ ਕੌਮ ਨੂੰ ਗੁੰਮਰਾਹ ਕਰਦਾ ਪਿਆ? ਇੱਕ ਕਾਂਗਰਸ ਸਾਡੀ ਦੁਸ਼ਮਣ, ਇਹ ਤੋਂ ਵੱਧ ਇਹਨਾਂ ਕੋਲ ਕੋਈ ਸਵਾਲ ਨਹੀਂ, ਕੋਈ ਗੱਲ ਨਹੀਂ। ਇਹ ਏਡੇ ਵੱਡੇ ਗੁਨਾਹ ਕਰਦੇ ਪਏ ਨੇ ਜਿਹੜੇ ਇਹਨਾਂ ਨੂੰ ਹਿਸਟਰੀ ਕਦੀ ਮਾਫ ਨਹੀਂ ਕਰੂਗੀ। ਪਰ ਅਫਸੋਸ ਇਹ ਆ ਕਿ ਸਾਡੀ ਸਿੱਖ ਕੌਮ ਨੇ ਇਹਨਾਂ ਨੂੰ ਸਮਝਣ 'ਚ ਦੇਰ ਲਾ ਦਿੱਤੀ ਜੀ। ਬਹੁਤ ਮੇਰਾ ਖਿਆਲ ਬਹੁਤ ਜ਼ਿਆਦਾ ਦੇਰ ਹੋ ਗਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਇਹਨਾਂ ਨੂੰ ਬਹੁਤ ਸ਼ਾਬਾਸ਼ ਹੈ ਜਿਨ੍ਹਾਂ ਪਾਪੀਆਂ ਦੇ ਪਾਪ ਇਹ ਨੰਗੇ ਕੀਤੇ ਇਹਨਾਂ ਨੇ ਆ ਕੇ ਟੀਵੀ ਚੈਨਲ ਤੇ। ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਇਹਨਾਂ ਨੂੰ ਦੁਬਾਰਾ ਵੀ ਬੁਲਾਇਆ ਕਰੋ ਜੀ। ਬਹੁਤ ਮਿਹਰਬਾਨੀ ਜੀ। ਜੀ ਜੀ ਬਿਲਕੁਲ ਜੀ, ਆਉਂਦੇ ਰਹਿਣਗੇ ਜੀ ਜਦੋਂ ਜ਼ਰੂਰਤ ਪਈ, ਕਿਉਂਕਿ ਚੰਦ ਲੋਕ ਨੇ ਜਿਹੜੇ ਬੋਲਦੇ ਰਹੇ ਨੇ। ਅੱਜ ਤਾਂ ਹੁਣ ਤਾਂ ਬਹੁਤ ਬੋਲਣ ਲੱਗ ਗਏ, ਪਰ ਜਦੋਂ ਸੱਤਾ ਦੇ ਵਿੱਚ ਸਨ ਜੀ ਉਦੋਂ ਬੋਲਣਾ ਬੜਾ ਜਿਹੜਾ ਜੀ ਉਹ ਔਖਾ ਹੁੰਦਾ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਕੋਈ ਹੈ ਆਈਡੀਆ ਭਾਈ ਸਾਹਿਬ ਕਿ ਕਿੰਨੇ ਕੁ ਕੇਸ ਨੇ ਜਿਹੜੇ ਅਦਾਲਤਾਂ ਤੱਕ ਜਿਹੜੇ ਉਹ ਜਾਂਦੇ ਰਹੇ ਨੇ ਪਿਛਲੇ? ਦੇਖੋ ਅੱਜ ਤਾਜੀ ਗੱਲ ਦੱਸਦੇ ਹਾਂ ਅਸੀਂ। ਇੱਕ ਕੇਸ ਲੱਗਾ ਹੋਇਆ, ਕਈ ਹਰਿਆਣਾ ਕਮੇਟੀ ਨੇ ਲਾਇਆ, ਇੱਕ ਸਹਿਜਧਾਰੀ ਸੰਸਥਾ ਨੇ ਲਾਇਆ।
ਉਹਦਾ ਹਾਈ ਕੋਰਟ ਨੇ ਨੋਟਿਸ ਦਿੱਤਾ ਸੈਂਟਰ ਸਰਕਾਰ ਨੂੰ ਔਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕਿ ਕਿਉਂ ਨਾ ਤੁਹਾਡੀ ਇਹ ਇਲੈਕਸ਼ਨ ਦਾ ਨਵੀਂ ਤਾਰੀਖ ਦਿੱਤੀ ਜਾਵੇ, ਨਵੀਂ ਤਾਰੀਖ ਦੇ ਕੇ ਇਲੈਕਸ਼ਨ ਕਰਵਾਇਆ ਜਾਵੇ। ਉਹਦਾ ਵੀ ਇਹਨੇ ਜਵਾਬ ਦਿੱਤਾ। ਉਹ ਅਦਾਲਤ 'ਚ ਹੀ ਹੈ। ਮੱਕੜ ਅਜੇ 2 ਦਿਨ ਪਹਿਲਾਂ ਅਦਾਲਤ 'ਚ ਕੇਸ ਭੁਗਤ ਗਿਆ ਸਪੋਕਸਮੈਨ ਦੇ ਮਾਮਲੇ 'ਚ ਗੁਰਦਾਸਪੁਰ। ਅੱਛਾ ਜੀ। ਤੇ ਇਹ ਜਿੱਥੇ ਕੌਮ ਦੇ ਹਿੱਤਾਂ ਦੀ ਗੱਲ ਆ ਉੱਥੇ ਬਲਕਿ ਇਹਨਾਂ ਨੂੰ ਲੰਮੀ ਲਈ ਖਿੱਚਣੀ ਚਾਹੀਦੀ। ਕੌਮ ਦੇ ਹਿੱਤਾਂ ਦੀ ਖਾਤਰ ਤੇ ਇਹਨਾਂ ਨੂੰ ਪ੍ਰਧਾਨ ਬਣਾਇਆ, ਇਹ ਸੇਵਾਦਾਰ ਬਣਾਇਆ, ਤੇ ਜੇ ਕੌਮ ਦਾ ਹੀ ਇਹਨਾਂ ਨੇ ਬੇੜਾਗਰਕ ਕਰਨਾ ਤੇ ਲੱਖ ਲਾਹਨਤ ਇਹਨਾਂ ਦੀ ਸੇਵਾਦਾਰੀ ਤੇ। ਆਪਾਂ ਉਸ ਪਾਸੇ ਨੂੰ ਵੀ ਜਿਹੜਾ ਜੀ ਜਾਣੇ ਸਿਆਸਤ ਵਾਲੀ ਜਿਹੜੀ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਪਹਿਲਾਂ ਤਾਂ ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਜਥੇਦਾਰ ਸਾਹਿਬ ਜੀ, ਇਲੈਕਸ਼ਨਾਂ ਬਾਰੇ ਹੁਣ ਮੂਹਰੇ ਕੀ ਆਪ ਜੀ ਦੀ ਰਣਨੀਤੀ, ਕੁਛ ਉਹਦੇ ਬਾਰੇ ਸੰਗਤਾਂ ਨਾਲ ਸਾਂਝ ਪਾਓ ਤਾਂ ਜੋ ਅਸੀਂ ਇਸ ਚੀਜ਼ 'ਚ ਆਪ ਜੀ ਦਾ ਸਾਥ ਨਿਭਾ ਸਕੀਏ। ਹਾਂ, ਮੈਂ ਨਾ ਜੀ ਇਹਨਾਂ ਨੂੰ ਤੁਹਾਡੇ ਸਵਾਲ ਦੇ ਨਾਲ ਹੀ ਇਹਨਾਂ ਨੂੰ ਬੇਨਤੀ ਕਰੂੰਗਾ ਜਸ ਟੀਵੀ ਪੰਜਾਬੀ ਵਾਲਿਆਂ ਨੂੰ ਕਿ ਖਾਸ ਕਰਕੇ ਇਲੈਕਸ਼ਨ ਦੇ ਮਾਮਲੇ ਤੇ ਹੀ ਇੱਕ ਪ੍ਰੋਗਰਾਮ ਕਰ ਲੈਣ ਤਾਂ ਕਿ ਅਸੀਂ ਸਾਰਾ ਕੁਝ ਦੱਸ ਸਕੀਏ। ਤੁਹਾਡੇ ਕੋਲ ਜਦੋਂ ਟਾਈਮ ਹੋਵੇ ਭਾਈ ਸਾਹਿਬ, ਜਿਹੜੇ ਪ੍ਰੋਗਰਾਮ ਤੁਸੀਂ ਆਉਣਾ ਚਾਹੋ ਤੁਸੀਂ ਪ੍ਰਬੰਧ ਕਰਨਾ। ਜਿਹੜਾ ਵੀ ਪ੍ਰੋਗਰਾਮ ਜਿਹੜੇ ਉੱਥੋਂ ਦੇ ਸਿੱਖਾਂ ਨੂੰ ਸੂਟੇਬਲ ਹੋਵੇ ਤੇ ਤੁਸੀਂ ਮੈਨੂੰ ਲਿਆਓ ਤਾਂ ਕਿ ਅਸੀਂ ਆਪਣੀ ਗੱਲ ਕਰੀਏ। ਤੇ ਮੈਂ ਤੁਹਾਨੂੰ ਭਾਈ ਸਾਹਿਬ ਇਹ ਥੋੜੀ ਜਾਣਕਾਰੀ ਦੇਵਾਂ ਕਿ ਅਸੀਂ ਇਹਦੀ ਸ਼ੁਰੂਆਤ ਕਰ ਚੁੱਕੇ ਹਾਂ। ਤੇ ਅਸੀਂ ਪੰਥਕ ਹਿਰਦੇ ਨੇ ਜਿਹੜੇ ਉਹਨਾਂ ਨੂੰ ਇਕੱਠਿਆਂ ਕਰਨ ਲਈ ਇੱਕ ਮੂਵਮੈਂਟ ਚਲਾਉਣ ਲੱਗੇ ਹਾਂ ਤਾਂ ਕਿ ਅਸੀਂ ਬਾਦਲ ਦੇ ਇੱਕ ਕੈਂਡੀਡੇਟ ਦੇ ਮੁਕਾਬਲੇ ਤੇ ਤਕੜੀ ਫੋਰਸ ਇਕੱਠੀ ਕਰਕੇ ਵੋਟ ਤੇ ਸਪੋਰਟ ਇਕੱਠੀ ਕਰਕੇ ਕੈਂਡੀਡੇਟ ਦੀ ਹੈਲਪ ਕਰ ਸਕੀਏ। ਇੱਕ ਕੈਂਡੀਡੇਟ ਦੇ ਹਾਂ, ਤੋ ਇਹ ਅਸੀਂ ਸ਼ੁਰੂਆਤ ਕਰ ਚੁੱਕੇ ਹਾਂ ਤੇ ਇਹ ਮੈਂ ਰੋਜ਼ ਲਗਾਤਾਰ ਤਕਰੀਬਨ ਸਵੇਰੇ ਜਾਣਾ ਤੇ ਰਾਤ ਨੂੰ ਘਰ ਆਉਣਾ ਤੇ ਇਹਦੇ ਲਈ ਅਸੀਂ ਮਿਹਨਤ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਊਗਾ। ਭਾਈ ਸਾਹਿਬ, ਜਿਹੜੀ ਹੁਣ ਤੁਸੀਂ ਚਲੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੀ ਜਿਹੜੀ ਉਹ ਗੱਲ ਕਰਤੀ, ਜਿਹੜੇ ਅਕਾਲੀ ਦਲ ਦਾ ਪ੍ਰਧਾਨ ਆ ਜੀ ਉਹ ਕਹਿੰਦਾ ਜੀ ਅਸੀਂ ਕੋਈ ਲੈਣਾ ਦੇਣਾ ਨਹੀਂ, SGPC ਸਾਡਾ ਕੋਈ ਨਹੀਂ ਹੈਗਾ। ਸੁੱਚਾ ਸਿੰਘ ਜਿਹੜਾ ਕਿ ਰਾਜਨੀਤਿਕ ਬੰਦਾ, ਉਹ ਮੰਤਰੀ ਵੀ ਰਿਹਾ, ਗੁਰਦਾਸਪੁਰ ਦੀ ਜਿਹੜੀ ਹੋ ਰਹੀ ਚੋਣ ਦਾ ਵੀ ਇੰਚਾਰਜ ਸੀਗਾ ਜੀ, ਤੇ ਉਹ ਤੁਸੀਂ ਕਹਿ ਲਓ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਹੈ। ਜਗੀਰ ਕੌਰ ਉਹ ਜਿਹੜੇ ਜੀ ਪੋਲੀਟੀਕਲ ਹਸਤੀ ਨੇ, ਇੱਕ ਉਹ ਮਿਨਿਸਟਰ ਵੀ ਰਹੇ, ਸਾਰਾ ਕੁਝ ਰਹੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ, ਤੇ ਫਿਰ ਅਕਾਲੀ ਦਲ ਕਿਵੇਂ ਬਚਦਾ ਜੀ ਇਸ ਚੀਜ਼ ਤੋਂ? ਅਸਲ 'ਚ ਨਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬੜੀ ਚਲਾਕੀ ਕਰਕੇ ਇਹਦੇ ਵਿੱਚ ਅਮੈਂਡਮੈਂਟ ਕਰਕੇ ਤੇ ਇਹਨੂੰ ਇੱਕ ਪੰਜਾਬੀ ਦਲ ਬਣਾ ਲਿਆ ਤੇ ਉਹ ਦਲ ਵੀ ਇਹਦਾ ਨਿੱਜੀ ਬਣ ਗਿਆ। ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਬਦ ਜਿਹੜਾ ਇਹਦੀ ਰਜਿਸਟ੍ਰੇਸ਼ਨ ਹੋ ਚੁੱਕੀ ਆ। ਇਹ ਬਾਦਲ ਸ਼ਬਦ ਜਿਹੜਾ ਇਹ ਇਸ ਵਜ੍ਹਾ ਕਰਕੇ ਕੋਈ ਅਕਾਲੀ ਦਲ ਤੇ ਕਬਜ਼ਾ ਨਹੀਂ ਕਰ ਸਕਦਾ, ਦਾਅਵਾ ਨਹੀਂ ਕਰ ਸਕਦਾ ਕਿ ਨਹੀਂ ਇਹ ਕੌਮ ਦਾ। ਤੇ ਇਹ ਇਹਨਾਂ ਦੀ ਨਿੱਜੀ ਲਿਮਟਿਡ ਕੰਪਨੀ ਬਣ ਗਈ ਤੇ ਕੌਮ ਦੀ ਕਿਰਪਾ ਹੋਈ ਤੇ ਨਵੀਂ ਸਾਡੀ ਜਥੇਬੰਦੀ ਇਹਦੇ ਨਾਲ ਲੰਬੀ ਲੀਕ ਖਿੱਚ ਕੇ ਤੇ ਇਹਨੂੰ ਨੇਸ ਤੋਂ ਨਬੂਦ ਕੀਤਾ ਜਾ ਸਕਦਾ, ਵਰਨਾ ਖੋਇਆ ਨਹੀਂ ਜਾ ਸਕਦਾ। ਇਹਦੀਆਂ ਹੀ ਜੁੱਤੀਆਂ ਚੁੱਕਣੀਆਂ ਪੈਣਗੀਆਂ ਜਿਹੜੇ ਜਿੰਨੇ ਕੁ ਅਕਾਲੀ ਰਹਿ ਗਏ ਇਹਦੇ ਨਾਲ। ਉਹਨਾਂ ਨੂੰ ਜੇ ਉਹਨਾਂ ਨੇ ਇਹਦੇ ਨਾਲ ਹੀ ਖੇ ਖਾਣੀ ਆ ਤੇ ਉਹਨਾਂ ਨੂੰ ਇਹਦੀਆਂ ਜੁੱਤੀਆਂ ਚੁੱਕਣੀਆਂ ਪੈਣਗੀਆਂ ਤੇ ਇਹਦੇ ਨਾਲ ਹੀ ਰਹਿਣਾ ਪਊਗਾ, ਇਹ ਉਹਨੂੰ ਛੱਡ ਨਹੀਂ ਸਕਦੇ। ਇਹ ਵੀ ਧੋਖਾ ਕਿ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਲਈ ਹੋਰ ਅਕਾਲੀ ਦਲ ਆ ਤੇ ਪੋਲੀਟੀਕਲ ਜਿਹੜੀ ਉਹ ਹੋਰ ਇੱਕੋ ਹੀ ਅਕਾਲੀ ਦਲ, ਇੱਕੋ ਹੀ ਪ੍ਰਧਾਨ ਉਹਨਾਂ ਦਾ, ਇੱਕੋ ਹੀ ਉਹਨਾਂ ਦਾ ਸਕੱਤਰ ਆ, ਇੱਕੋ ਹੀ ਉਹਨਾਂ ਦੇ ਵਰਕਰ ਨੇ, ਇੱਕੋ ਹੀ ਉਹਨਾਂ ਦੀ ਨੇਕ ਨੀਅਤ ਆ, ਜਿਸ ਤਰ੍ਹਾਂ ਦੀ ਬਦ ਨੀਅਤ ਆ। ਤੇ ਇਹਦੇ ਵਿੱਚ ਕਿਤੇ ਚੇਂਜ ਆ ਜਾਂ ਫਰਕ ਆ ਤਾਂ ਸਾਨੂੰ ਕਲੀਅਰ ਕਰਨ ਕਿੱਥੇ ਆ। ਜੀ ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ ਤੇ ਆਪਣੇ ਰਣਜੀਤ ਸਿੰਘ ਹੁਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੈਂ ਇੰਦਰਜੀਤ ਸਿੰਘ ਪਟਿਆਲਾ ਬੋਲ ਰਿਹਾ ਜੀ। ਨਿਊਯਾਰਕ ਤੋਂ। ਜੋ ਇਹਨਾਂ ਨੇ ਆਪਣਾ ਭਾਈ ਰਣਜੀਤ ਸਿੰਘ ਉਹਨਾਂ ਨੇ ਹੁਣ ਸੱਚ ਚੁੱਕ ਲਿਆ ਆ, ਇਹ ਸੰਗਤਾਂ ਨੂੰ ਸਾਥ ਦੇਣਾ ਚਾਹੀਦਾ ਹੈ ਉਹਨਾਂ ਦੇ ਨਾਲ ਜੀ। ਤੇ ਬਹੁਤ ਵਧੀਆ ਅੱਜ ਤੁਹਾਡਾ ਮੁੱਦਾ ਸੀ, ਇਹਨਾਂ ਨੂੰ ਫਿਰ ਵੀ ਲੈ ਕੇ ਆਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਖਿਆਲ ਬਹੁਤੇ ਜਿਹੜੇ ਨੇ ਨਾ ਜੀ ਉਹ ਇੱਕ ਆਸ ਜਿਹੜੀ ਹੈ ਨਾ, ਜਿਵੇਂ ਬੇਆਸ ਬਹੁਤੇ ਪੰਜਾਬ 'ਚ ਰਹਿੰਦੇ ਸਿੱਖ ਭਾਈਚਾਰਾ ਹੋ ਗਿਆ, ਬਾਹਰ ਵਾਲੇ ਜਿਹੜੇ ਆ ਉਹ ਇੱਕ ਆਸ ਜਿਹੜੀ ਉਹ ਕਰਦੇ ਆ। ਵੈਸੇ ਜੇ ਓਵਰਆਲ ਜੇ ਆਪਾਂ ਦੇਖਿਆ ਜਾਵੇ ਤਾਂ ਤੁਸੀਂ ਜੇ ਆਪਣੇ ਆਪ ਨੂੰ ਪਾਸੇ ਕਰਕੇ ਸੋਚੋ, ਤੁਹਾਨੂੰ ਲੱਗਦਾ ਕਿ ਬਦਲਾਅ ਆ ਸਕਦਾ? ਬਿਲਕੁਲ ਆ ਸਕਦਾ। ਇੱਕ ਤਾਂ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਸੀ ਉਹਦੇ ਨਾਲ ਸੈਂਟਰ 'ਚ ਭਾਵੇਂ ਕਾਂਗਰਸ ਸਰਕਾਰ ਸੀ ਭਾਵੇਂ ਭਾਜਪਾ ਸਰਕਾਰ ਸੀ, ਉਹਦੀ ਕਿਰਪਾ ਨਾਲ ਪ੍ਰਕਾਸ਼ ਸਿੰਘ ਬਾਦਲ ਧੱਕੇ ਦੇ ਨਾਲ ਵੋਟ ਨਹੀਂ ਸੀ ਸਾਡੀ ਬਣ ਦਿੰਦਾ ਵਿਰੋਧੀਆਂ ਦੀ। ਨੰਬਰ 2 ਤੇ ਉਹ ਵੋਟ ਪੋਲ ਨਹੀਂ ਸੀ ਹੋਣ ਦਿੰਦਾ ਕਿਉਂਕਿ ਸਾਡੇ ਕੋਲ ਵਰਕਰ ਹੈ ਨਹੀਂ ਸੀ। ਇਹ ਆਪਣੀ ਵੋਟ 5 ਵਜੇ ਤੋਂ ਬਾਅਦ 6 ਵਜੇ ਤੱਕ ਪੋਲ ਕਰਵਾਉਂਦਾ ਰਹਿੰਦਾ ਸੀ ਧੱਕੇ ਨਾਲ।
ਤੋ ਉਹਦੇ ਵਿੱਚ ਵੀ ਜਦੋਂ ਅਸੀਂ ਇਹਦੇ ਨਾਲ ਲੜਾਈ ਲਈ ਆ ਤੇ ਪੰਥਕ ਮੋਰਚਾ ਬਣਾ ਕੇ ਸਾਨੂੰ ਫੇਰ ਵੀ ਇਹਦੀਆਂ ਵੋਟਾਂ ਚੋਂ ਹੀ 43% ਵੋਟ ਮਿਲੀ ਤੇ 33 ਸੀਟਾਂ ਮਿਲੀਆਂ। ਤੋ ਸਾਨੂੰ ਇਹ ਕਨਫਰਮ ਆ ਕਿ ਹੋ ਸਕਦਾ, ਬਸ਼ਰਤੇ ਕਿ ਖਾਸ ਕਰਕੇ ਵਿਦੇਸ਼ਾਂ ਦੀਆਂ ਸੰਗਤਾਂ, ਉਹਦੇ ਵਿੱਚ ਵੀ ਖਾਸ ਕਰਕੇ ਆਸਟ੍ਰੇਲੀਆ, ਇੰਗਲੈਂਡ, ਕੈਨੇਡਾ ਤੇ ਅਮਰੀਕਾ, ਇਹ ਸਿੱਖ ਸੰਗਤਾਂ ਆਪਣੀਆਂ ਇਕਾਈਆਂ ਨੂੰ ਏਕਤਾ ਵਿੱਚ ਲਿਆ ਕੇ ਆਪਣੀ ਕੌਮ ਦਾ ਇੱਕੋ ਏਜੰਡਾ ਬਣਾਉਣ ਕਿ ਪ੍ਰਬੰਧਕ ਕਮੇਟੀ ਅਕਾਲ ਤਖਤ ਅਸੀਂ ਪ੍ਰਕਾਸ਼ ਸਿੰਘ ਬਾਦਲ ਤੋਂ ਲੈਣਾ। ਇਹ ਇਹਨਾਂ ਦਾ ਏਜੰਡਾ ਹੋਣਾ ਚਾਹੀਦਾ। ਉਹਦੇ ਲਈ ਸੋਚਣ, ਉਹਦੇ ਲਈ ਹੀ ਪੰਜਾਬ ਦੇ ਵਿੱਚ ਸਪੋਰਟ ਕਰਨ, ਖਾਸ ਕਰਕੇ ਜਿਹਦੇ ਤੇ ਸਿੱਖਾਂ ਨੂੰ ਯਕੀਨ ਹੋਵੇ ਉਹਨੂੰ ਇੱਥੇ ਭਾਵੇਂ ਸਰਵੇ ਕਰਾਉਣ, 5-7 ਨਾਮ ਦੇਣ ਜਿਹੜੇ ਵੀ ਉਹਨਾਂ ਨੂੰ ਚੰਗੇ ਲੱਗਣ, ਉਹਨਾਂ ਦੇ ਨਾਵਾਂ ਤੇ ਜਿੱਤੇ ਸੰਗਤ ਯਕੀਨ ਕਰੇ ਉਹਨੂੰ ਉਹਦੇ ਸਿਰ ਤੇ ਹੱਥ ਰੱਖ ਕੇ ਉਹਦੀ ਸਪੋਰਟ ਕਰਨ ਤੇ ਇਹ ਕਮੇਟੀ ਅਸੀਂ ਖੋ ਸਕਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਜਹਦਾਰ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਜੀ ਜਹਦਾਰ ਜੀ, ਗੱਲ ਹੈ ਵੀ ਤੁਸੀਂ ਬੜਾ ਵੱਡਾ ਉਦਮ ਕਰ ਰਹੇ ਹੋ, ਮੈਂ ਧੰਨਵਾਦੀ ਹਾਂ ਤੁਹਾਡਾ, ਮਹਾਰਾਜ ਤੁਹਾਨੂੰ ਬਲ ਬਖਸ਼ੇ। ਲੇਕਿਨ ਦੁੱਖ ਇਸ ਗੱਲ ਦਾ ਹੈਗਾ ਵਾ, ਹਾਂਜੀ, ਸਾਡਾ ਜਿਹੜਾ ਅਕਾਲੀ ਦਲ, ਜਿਹੜੀ ਅਸੀਂ ਸਿੱਖ ਕੌਮ ਹੈਗੀ ਆ, ਇਸ ਤਰ੍ਹਾਂ ਗਦਾਰ ਬਹੁਤੇ ਵੜ ਗਏ ਨੇ ਵਿੱਚ ਅੰਦਰ ਜੀ। ਜਿਵੇਂ ਹੁਣ ਤੁਸੀਂ ਵੇਖ ਲਓ ਵੀ ਟਕਸਾਲ ਜਿਹੜੀ ਇਹ ਕਿੰਨੀ ਸਹੀ ਵੰਡੀ ਗਈ ਹੈਗੀ ਆ, ਉਹ ਵੀ ਸਾਰੇ ਆਪਣੇ ਡਫੜੀ ਵੇਚ ਰਹੇ ਜਾਣ ਲੱਗੇ। ਤੁਸੀਂ ਦਿੱਲੀ ਵਿੱਚ ਹੁਣ ਵੇਖ ਲਿਆ, ਸਾਰੀ ਇਲੈਕਸ਼ਨ ਜਿਹੜੀ ਹੋਈ ਆ ਗੁਰਦੁਆਰੇ ਦੀ, ਉੱਥੇ ਤੁਹਾਡੇ 4-5 ਗਰੁੱਪ ਸੀਗੇ। ਇਸ ਕਰਕੇ ਸੱਚੇ ਸੁੱਚੇ ਬੰਦੇ ਲੱਭਣੇ ਬੜੇ ਔਖੇ ਹੈਗੇ ਆ। ਹਿੰਮਤ ਤੁਹਾਡੀ ਬੜੀ ਵੱਡੀ ਹੈਗੀ ਆ, ਲੇਕਿਨ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਇਹਨਾਂ ਕੋਲ ਛੋੜਨ ਵਾਸਤੇ, ਕਿਉਂਕਿ ਇਹਨਾਂ ਨੇ ਜਿਹੜਾ ਹੈ ਨਾ ਇਹ ਤੰਦੂਆ ਜਾਲ ਫਸਾਇਆ, ਇਹਨਾਂ ਨੇ ਤੰਦੂਆ ਜਾਲ ਕੋਲ ਤੁਹਾਨੂੰ ਨਿਕਲਣ ਵਾਸਤੇ ਬਹੁਤ ਕੁਝ ਕਰਨਾ ਪੈਣਾ। ਮੇਰੀ ਅਰਦਾਸ ਆ ਮਹਾਰਾਜ ਤੁਹਾਨੂੰ ਬਲ ਬਖਸ਼ੇ। ਮਿਹਰਬਾਨੀ ਜੀ, ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਥੈਂਕ ਯੂ ਜੀ, ਬਹੁਤ ਮਿਹਰਬਾਨੀ। ਦੇਖੋ ਜੀ, ਇੱਕ ਉਦਮ ਕਰਨਾ ਜਿਹੜਾ ਉਹ ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਉਦਮ ਕਰੇਂਦੇ ਆ ਜੀਓ ਤੋਂ, ਜੋ ਤੇਰੀ ਜ਼ਿੰਦਗੀ ਹੈ ਤੇ ਉਦਮ ਕਰ, ਉਹ ਜ਼ਿੰਦਗੀ ਦਾ ਲਾਹਾ ਲੈ ਲਈ, ਉਦਮ ਕਰ। ਅਸੀਂ ਇਹ ਤੰਦੂਆ ਜਾਲ ਦੇਖ ਕੇ ਜਾਂ ਗਦਾਰਾਂ ਦੀ ਵੱਡੀ ਟੀਮ ਦੇਖ ਕੇ ਘਬਰਾ ਜਾਈਏ, ਉਹ ਸਾਨੂੰ ਸਿੱਖ ਕੌਮ ਨੂੰ ਗੁਰਮਤ ਇਜਾਜ਼ਤ ਨਹੀਂ ਦਿੰਦੀ। ਅਸੀਂ ਉਹਦੇ ਲਈ ਉਦਮ ਕਰਦੇ ਰਹਾਂਗੇ, ਉਪਰਾਲੇ ਕਰਦੇ ਰਹਾਂਗੇ। ਬੜਾ ਦਫਾ ਬੜਾ ਕੁਝ ਦੇਖਿਆ, ਅਪਮਾਨ ਵੀ ਹੋਇਆ, ਬੜਾ ਕੁਝ ਹੋਇਆ, ਪਰ ਉਹਦੇ ਬਾਵਜੂਦ ਮੈਂ ਕਹਿ ਸਕਦਾ ਸਿੱਖ ਸਾਡੀ ਇੱਜ਼ਤ ਕਰਦੇ, ਅਜੇ ਵੀ ਇੱਜ਼ਤ ਕਰਦੇ ਆ। ਸਿੱਖ ਸਾਡੀ ਗੱਲ ਮੰਨਣਗੇ। ਸਿੱਖਾਂ ਦੀਆਂ ਬੜੀਆਂ ਪ੍ਰੋਬਲਮਾਂ ਸਨ। ਸਭ ਤੋਂ ਵੱਡੀ ਪ੍ਰੋਬਲਮ ਤੇ ਸੀ ਕਿ ਅਸੀਂ ਬਾਦਲ ਦੇ ਗਰੋਹ ਦੇ ਸਾਹਮਣੇ, ਬਾਦਲ ਦੇ ਅਕਾਲੀ ਦਲ ਦੇ ਸਾਹਮਣੇ ਅਸੀਂ ਕੋਈ ਅਕਾਲੀ ਦਲ ਨਹੀਂ ਦੇ ਸਕੇ ਜਿਹਦਾ ਇੱਕ ਪ੍ਰਧਾਨ ਹੋਵੇ, ਇੱਕ ਵਿਧਾਨ ਹੋਵੇ, ਇੱਕ ਨਿਸ਼ਾਨ ਹੋਵੇ। ਇਹ ਸਭ ਤੋਂ ਵੱਡੀ ਸਾਡੀ ਕਮਜ਼ੋਰੀ ਸੀ, ਜਿਹੜੀ ਕਿ ਬਾਰ-ਬਾਰ ਸਾਨੂੰ ਸ਼ਿਕਾਇਤ ਕੀਤੀ ਆ ਸਿੱਖਾਂ ਨੇ। ਜਿਹੜੀ ਨਵੀਂ ਪੀੜ੍ਹੀ ਜੀ ਤੋਂ ਬਹੁਤ ਵੱਡੀ ਆਸ ਲਾਈ ਜਾਂਦੀ ਆ, ਉਹਨੂੰ ਜਿਸ ਤਰੀਕੇ ਦੇ ਨਾਲ ਨਸ਼ਿਆਂ 'ਚ ਉਲਝਾ ਦਿੱਤਾ ਗਿਆ ਪੰਜਾਬ ਦੇ ਵਿੱਚ। ਜਦੋਂ ਬਾਦਲ ਸਰਕਾਰ ਆਉਣੀ ਸੀ ਉਦੋਂ 3 ਫੈਕਟਰੀਆਂ ਸੀ ਸ਼ਰਾਬ ਦੀਆਂ, ਉਹ ਜਦੋਂ ਗਏ 13 ਹੋ ਗਈਆਂ। ਚਿੱਟਾ ਜਿਸ ਕਿਸਮ ਦੇ ਨਾਲ ਸੁੱਟਿਆ ਗਿਆ, ਜਿਹੜੀ ਕੌਮ ਕਿਸੇ ਚੀਜ਼ ਤੋਂ ਹਾਰੀ ਨਹੀਂ ਸੀ, ਉਹ ਚਿੱਟੇ ਨੇ ਤਕਰੀਬਨ ਖਤਮ ਕਰਤੀ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਵਾਪਸੀ ਕੁਝ ਹੋ ਸਕਦੀ? ਅਸੀਂ ਇੱਕ ਜਨਰੇਸ਼ਨ ਤਕਰੀਬਨ ਗਵਾ ਲਈ ਜੀ, ਇੱਕ ਪੀੜ੍ਹੀ ਉਹਦੇ 'ਚ ਖਪ ਗਈ ਸਾਡੀ। ਹਾਂ, ਇੱਕ ਖਪ ਗਈ ਜਦੋਂ ਗੋਲੀ ਚੱਲੀ ਜੀ, ਇੱਕ ਖਪ ਗਈ ਹੁਣ। ਪਰ ਇਹ ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਣ ਪਾਉਣੇ ਹੋਏ। ਇਹ ਦੁਸ਼ਮਣਾਂ ਨੇ ਕਦੀ ਵੀ ਘੱਟ ਨਹੀਂ ਕੀਤੀ, ਪਰ ਸਾਡੀ ਇਸ ਕੌਮ ਦਾ ਮਾਲਕ ਅਕਾਲ ਪੁਰਖ ਆਪ ਆ। ਉਹਦੇ ਹੁਕਮ ਨਾਲ ਦਸਮ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੇ ਸਰੀਰ ਦਾਨ ਦੇ ਕੇ ਇਹ ਸਿਧਾਂਤ ਬਣਾ ਕੇ ਸਾਨੂੰ ਇੱਕ ਕੌਮ ਤੇ ਇੱਕ ਪਰਿਵਾਰ ਬਣਾਇਆ। तो ਅਸੀਂ ਕਦੇ ਵੀ ਖਤਮ ਨਹੀਂ ਹੋਣਾ। ਆਸ ਅਜੇ ਵੀ ਜਿਉਂਦੀ ਹੈ ਬਿਲਕੁਲ, ਇੱਟ ਵਰਗੀ, ਪੱਥਰ ਵਰਗੀ, ਚਟਾਨ ਵਰਗੀ। ਭਾਈ ਸਾਹਿਬ, ਭਾਈ ਰਣਜੀਤ ਸਿੰਘ ਹੁਰੀ ਸਾਡੇ ਇਸ ਫਾਇਰ ਲਾਈਨ ਦੇ ਵਿੱਚ ਮਹਿਮਾਨ ਨੇ। ਇੱਕ ਲਾਸਟ ਸੈਗਮੈਂਟ ਜਿਹੜਾ ਜੀ ਉਹਨਾਂ ਦੇ ਨਾਲ ਹੋਊਗਾ, ਅਸੀਂ ਉਹਨਾਂ ਤੋਂ ਕਨਕਲੂਡ ਜਿਹੜਾ ਜੀ ਉਹ ਕਰਾਉਣਾ ਚਾਹਾਂਗੇ ਕਿ ਜਿਹੜੇ ਦੁਨੀਆ ਭਰ ਦੇ ਵਿੱਚ ਬੈਠੇ ਲੋਕ ਨੇ ਉਹ ਕਿਵੇਂ ਇਹਦੇ ਵਿੱਚ ਜਿਹੜਾ ਜੀ ਉਹ ਪਾਰਟਿਸਿਪੇਟ ਕਰ ਸਕਦੇ ਨੇ, ਖਾਸ ਤੌਰ ਦੇ ਉੱਤੇ ਜਿਹੜੇ ਉਹਨਾਂ ਨੇ ਇਸ਼ੂਜ਼ ਹੁਣ ਉਠਾਏ ਨੇ, ਕਿਉਂਕਿ ਸੋਸ਼ਲ ਮੀਡੀਆ ਦਾ ਵੀ ਇਹ ਯੁੱਗ ਹੈ। ਜਸ ਪੰਜਾਬੀ ਵਰਗੇ ਜਿਹੜੇ ਚੈਨਲ ਜਿਹੜੇ ਕਿ ਲਗਾਤਾਰ ਡਿਬੇਟਸ ਇਹਨਾਂ ਇਸ਼ੂਜ਼ ਦੇ ਉੱਤੇ ਜਿਹੜਾ ਜੀ ਉਹ ਤੁਹਾਨੂੰ ਦਿਖਾਉਂਦੇ ਰਹਿੰਦੇ ਨੇ, ਉਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਯੋਗਦਾਨ ਹੈ। ਤੁਸੀਂ ਇਹਦੇ ਵਿੱਚ ਜਿਹੜਾ ਜੀ ਉਹ ਕੀ ਕਰ ਸਕਦੇ ਹੋ, ਇਹਦੇ ਸੰਬੰਧੀ ਗੱਲਬਾਤ ਅਸੀਂ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੁਹਾਡਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੀ ਇੱਕ ਮਿੰਟ ਹੋਲਡ ਰੱਖਣਾ ਜੀ, ਹੋਲਡ ਰੱਖਣਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਹੁਰੀ ਸਾਡੇ ਨਾਲ ਮਹਿਮਾਨ ਨੇ। ਇੱਕ ਕਾਲ ਲੈ ਲਈਏ ਜੀ, ਕਾਲ ਸਾਡੇ ਵੱਲੋਂ ਲਗਾਤਾਰ ਆ ਰਹੀਆਂ ਨੇ, ਪਰ ਮੈਂ ਕੁਝ ਅਹਿਮ ਜਿਹੜਾ ਜੀ ਹੋਰ ਜਿਹੜੇ ਜਵਾਬ ਚਾਹੁੰਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਤੋਂ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਮੈਂ ਆਪਣੇ ਟੈਕਸਾਸ ਸਟੇਟ ਤੋਂ ਬੋਲਦਾ, USA ਤੋਂ ਜੀ। ਅਮਰ ਸਿੰਘ ਮੇਰਾ ਨਾਮ ਹੈ। ਮੈਂ ਭਾਈ ਰਣਜੀਤ ਸਿੰਘ ਨੂੰ ਉਸ ਵੇਲੇ ਦਾ ਜਾਣਦਾ ਜਦੋਂ ਇਹ ਅਕਾਲ ਤਖਤ ਦੇ ਜਥੇਦਾਰ ਸੀਗੇ ਜੀ।
ਅਸੀਂ ਇੱਥੇ ਟੈਕਸਾਸ ਸਟੇਟ 'ਚ ਗੁਰਦੁਆਰੇ ਖਾਤਰ ਕੋਈ ਲੈਟਰ ਮੰਗਾਇਆ ਸੀਗਾ। ਉਹ ਬਹੁਤ ਵਧੀਆ ਲੈਟਰ ਸੀ ਇਹਨਾਂ ਦਾ। ਸਾਡੀ ਬੜੀ ਇੱਥੇ ਇੱਕ ਕਿਸਮ ਦੀ ਬਹੁਤ ਵਧੀਆ ਜਿੱਤ ਹੋਈ ਸੀ ਜੀ। ਤੇ ਬਾਕੀ ਅਸੀਂ ਚਾਹੁੰਦੇ ਹਾਂ ਵੀ ਇਹ ਗੁਰਦੁਆਰੇ ਨੇ, ਜਿੰਨੇ ਵੀ ਗੁਰਦੁਆਰੇ ਨੇ ਸ਼੍ਰੋਮਣੀ ਕਮੇਟੀ ਦੇ, ਇਹ ਬਾਦਲਾਂ ਤੋਂ ਆਜ਼ਾਦ ਕਰਾਓ। ਅਸੀਂ ਤੁਹਾਡੇ ਨਾਲ। ਮਿਹਰਬਾਨੀ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ। ਗੱਲ ਫਿਰ ਉੱਥੇ ਹੀ ਜਿਹੜੀ ਹੈ ਜੀ ਉਹ ਆ ਜਾਂਦੀ ਹੈ ਜੀ। ਇਹ ਸਭ ਤੋਂ ਵੱਡੀ ਲੋੜ ਹੈ ਜੀ ਹਰੇਕ ਸਿੱਖ ਦੀ। ਮੈਂ ਹੁਣ ਤਕਰੀਬਨ ਅਸੀਂ ਸੈਮੀਨਾਰ ਕਰਵਾਇਆ ਇਸ ਵਿਸ਼ੇ ਤੇ ਕਿ ਅਸੀਂ ਗੁਰੂ ਸਾਹਿਬ ਜੀ ਦੀ ਵਿਰਾਸਤ ਦੇ ਵਾਰਸ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ। ਉਹਦੇ ਵਿੱਚ ਮੈਂ ਫਿਰੋਜ਼ਪੁਰ, ਫਾਜ਼ਿਲਕਾ, ਬੋਰ, ਫਰੀਦਕੋਟ ਤੇ ਮੋਗਾ ਵਗੈਰਾ ਮੈਂ ਨਹੀਂ ਜਾ ਸਕਿਆ ਤੇ ਬਾਕੀ ਸਾਰੇ ਪੰਜਾਬ 'ਚ ਮੈਂ ਕੁਝ ਸਿੱਖਾਂ ਕੋਲ ਗਿਆ ਤੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਆਓ ਤੇ ਟੈਲੀਫੋਨਾਂ ਤੇ ਮੈਸੇਜ ਦਿੱਤੇ। ਪਰ ਜਿੰਨੇ ਸਿੱਖਾਂ ਕੋਲ ਗਏ ਸਾਰੇ ਇੰਨੇ ਦੁਖੀ ਨੇ, ਇੰਨੇ ਮਤਲਬ ਮਜਬੂਰ ਨੇ ਕਿ ਇਹ ਧੱਕੇ ਦੇ ਨਾਲ ਕਮੇਟੀ ਤੇ ਕਾਬਜ਼ ਹੋਇਆ। ਕਮੇਟੀ ਜਿਹੜੀ ਆ ਰੱਦ ਹੋ ਚੁੱਕੀ ਆ, 5 ਸਾਲ ਉਹਦੇ ਨਿਕਲ ਚੁੱਕੇ ਆ, 5 ਸਾਲ ਬਾਅਦ ਉਹਦੀ ਟਰਮ ਖਤਮ ਹੋ ਚੁੱਕੀ ਆ। ਹਾਈ ਕੋਰਟ ਦਾ ਫੈਸਲਾ ਬਿਲਕੁਲ ਉਲਟਿਆ, ਸੁਪਰੀਮ ਕੋਰਟ ਨੇ ਸਟੇ ਨਹੀਂ ਦਿੱਤੀ, ਇੱਕ ਹੋਮ ਮਿਨਿਸਟਰੀ ਦੇ ਆਰਡਰ ਤੇ ਆਪਣਾ ਹਾਊਸ ਬਣਾਈ ਬੈਠਾ। ਤੋ ਇਹ ਲੋਕ ਬੜੇ ਦੁਖੀ ਨੇ ਵੀ ਇਸ ਬੰਦੇ ਤੋਂ ਅਸੀਂ ਕਿਵੇਂ ਛੁਟਕਾਰਾ ਕਰਾਵਾਂਗੇ ਜਾਂ ਕਿਵੇਂ। ਤੋ ਇਹ ਹਜ਼ਾਰ ਬੰਦੇ ਦੀ ਪਲਟਨ ਲਵਾ ਕੇ ਪਿਓ ਪੁੱਤ ਆਪਣੀ ਸੇਫਟੀ ਕਰਕੇ ਬੈਠੇ ਆ ਤੇ ਇਹ ਗੁਰਦੁਆਰੇ ਦੇ ਪੈਸੇ ਤੇ ਸੱਪ ਬਣ ਕੇ ਬੈਠੇ ਆ, ਜਿਸ ਤਰ੍ਹਾਂ ਪਿਛਲੇ ਮਹੰਤ ਬੈਠੇ ਸੀਗੇ। ਤੋ ਸਿੱਖਾਂ ਨੂੰ ਉਦੋਂ ਹੀ ਬੜੀਆਂ ਕੁਰਬਾਨੀਆਂ ਕਰਨੀਆਂ ਪਈਆਂ। ਪਰ ਅਸੀਂ ਹੁਣ ਬੇਨਤੀ ਕਰਦੇ ਹਾਂ ਕਿ ਤੁਹਾਡੀ ਵੋਟ, ਤੁਹਾਡੀ ਸਪੋਰਟ ਜਿਹੜੀ ਆ ਉਹ ਸਾਡੇ ਨਾਲ ਹੋਈ ਤੇ ਅਸੀਂ ਇਹ ਤੋਂ ਖੋਲਾਂਗੇ ਗੁਰਦੁਆਰੇ ਜੀ। ਕਿਉਂਕਿ ਵੱਡੀ ਗਿਣਤੀ ਹੈ ਇਸ ਵੇਲੇ, ਈਵਨ ਪੰਜਾਬ ਨਾਲੋਂ ਵੀ ਵੱਧ ਗਿਣਤੀ ਦੇ ਵਿੱਚ ਜਿਹੜਾ ਭਾਈਚਾਰਾ ਉਹ ਵਿਦੇਸ਼ਾਂ 'ਚ ਬੈਠਾ, ਉਹ ਕੈਨੇਡਾ, ਅਮਰੀਕਾ, ਇੰਗਲੈਂਡ, ਸਾਰੇ ਜਗ੍ਹਾ ਜਸ ਪੰਜਾਬੀ ਵੀ ਜਿਹੜਾ ਜੀ ਉਹ ਦੇਖਿਆ ਜਾਂਦਾ ਜਿੱਥੇ ਉਹ ਕਿਹੋ ਜਿਹਾ ਰੋਲ ਨਿਭਾ ਸਕਦਾ ਭਾਈ ਸਾਹਿਬ, ਸਵਾਏ ਇੱਕ ਸਿਰਫ ਕਿਉਂਕਿ ਫੋਨ ਕਾਲ ਕਰ ਦੇਣੀ। ਮੈਨੂੰ ਪਤਾ ਕਿ ਇਹਦੇ ਲਈ ਬੜਾ ਸਾਰਾ ਪੈਸਾ ਵੀ ਜਿਹੜਾ ਜੀ ਉਹ ਚਾਹੀਦਾ। ਉਹਨਾਂ ਕੋਲੇ ਪੈਸਾ ਬਹੁਤ ਹੈ, ਉਹਨਾਂ ਕੋਲੇ ਪਾਵਰ ਬਹੁਤ ਹੈ, ਬਹੁਤ ਸਾਰੇ ਲੋਕ ਉਹਨਾਂ ਨੇ ਇਹੋ ਜਿਹੇ ਨਾਲ ਜੋੜੇ ਹੋਏ ਆ ਜਿਹੜੇ ਕੁਝ ਵੀ ਕਰ ਦਿੰਦੇ ਉਹਨਾਂ ਖਾਤਰ। ਉਹੋ ਜਿਹੇ ਤੁਹਾਡੇ ਕੋਲੇ ਹੈ ਨਹੀਂਗੇ, ਨਾ ਉਹੋ ਜਿਹੇ ਤੁਸੀਂ ਰੱਖਣੇ ਆ। ਫਿਰ ਜਿਹੜੇ ਬਾਹਰ ਬੈਠੇ ਲੋਕ ਨੇ ਉਹ ਕਰਨ ਕੀ? ਅਸਲ 'ਚ ਇੱਕ ਤਾਂ ਨਾ ਪਹਿਲਾਂ ਇਹ ਸੀਗਾ ਕਿ ਕਾਂਗਰਸ ਪਾਰਟੀ ਹੀ ਸੀ ਪੋਲੀਟੀਕਲੀ ਤੇ ਉਹਦੇ ਲਈ ਇਹ ਰੌਲਾ ਪਾ ਦਿੰਦੇ ਸੀ ਜਿਵੇਂ ਹੁਣ ਪਾਉਣ ਡਿਆ ਜੀ ਇਹ ਕਾਂਗਰਸ ਸਮਾਜ ਸਾਡੀ ਦੁਸ਼ਮਣ ਹੈ। ਤੇ ਉਹ ਕਾਂਗਰਸੀ ਸਾਡੀ ਹੈਲਪ ਕਰਦੇ ਵੀ ਡਰਦੇ ਸੀਗੇ ਤੇ ਸ਼ਰਮਾਉਂਦੇ ਸੀਗੇ ਤੇ ਅਸੀਂ ਵੀ ਨਹੀਂ ਸੀ ਉਹਨਾਂ ਕੋਲ ਜਾ ਸਕਦੇ। ਪਰ ਹੁਣ ਇਹ ਗੱਲ ਨਹੀਂ ਹੈਗੀ। ਹੁਣ ਆਮ ਆਦਮੀ ਪਾਰਟੀ ਲਈ ਇਹਨਾਂ ਦਾ ਹੱਥ ਖੁੱਲ ਗਿਆ, ਨੌਜਵਾਨ ਪੀੜ੍ਹੀ ਦਾ। ਉਹ ਕਾਂਗਰਸ ਨੂੰ ਨਹੀਂ ਪਾਉਂਦੇ ਲੇਕਿਨ ਉਧਰ ਪਾਈ ਵੋਟ ਉਹਨਾਂ ਨੇ। ਤੋ ਇਹ ਬੜੇ ਚੰਗੇ ਢੰਗ ਦੇ ਨਾਲ ਆਪਣੇ ਆਪਣੇ ਏਰੀਏ ਦੇ ਵਿੱਚ, ਆਪਣੇ ਆਪਣੇ ਇਲਾਕੇ 'ਚ, ਹਰੇਕ ਇਲਾਕੇ 'ਚੋਂ ਸਿੱਖ ਬਾਹਰ ਬੈਠੇ ਨੇ। ਤੋ ਆਪਣੇ ਜਦੋਂ ਅਸੀਂ ਕੈਂਡੀਡੇਟ ਦਿਆਂਗੇ ਚੰਗੇ, ਉਹਨਾਂ ਕੈਂਡੀਡੇਟਾਂ ਦੀ ਹੈਲਪ ਕਰਨ, ਸਾਡੇ ਨਾਲ ਰਾਬਤਾ ਰੱਖਣ, ਅਸੀਂ ਉਹਨਾਂ ਨੂੰ ਗਾਈਡ ਕਰਦੇ ਰਹਾਂਗੇ। ਤੋ ਇੱਕ ਮਨ ਦੇ ਵਿੱਚ ਸੋਚ ਲੈ ਕੇ, ਇੱਕ ਏਜੰਡਾ ਬਣਾ ਕੇ ਕਿ ਸਾਡਾ ਸਭ ਤੋਂ ਪਹਿਲਾਂ ਸਿੱਖ ਧਰਮ ਨੂੰ ਬਚਾਉਣ ਲਈ ਇੱਕੋ ਇੱਕ ਸਾਡਾ ਏਜੰਡਾ ਹੈ, ਉਹ ਹੈਗਾ ਪ੍ਰਬੰਧਕ ਕਮੇਟੀ ਨੂੰ, ਅਕਾਲ ਤਖਤ ਨੂੰ ਬਾਦਲ ਦੇ ਕਬਜ਼ੇ ਚੋਂ ਛਡਾਉਣਾ, ਮੁਕਤ ਕਰਾਉਣਾ। ਦਸਮ ਪਾਤਸ਼ਾਹ ਦੇ ਬੱਚਿਆਂ ਨੇ ਖਾਲਸਾ ਧਰਮ ਨਹੀਂ ਸੀ ਤਿਆਗਿਆ, ਛੁਰੀਆਂ ਖਾ ਲਈਆਂ, ਸਰੀਰਾਂ ਦੇ ਦਾਨ ਦੇ ਦਿੱਤੇ। ਪਰ ਅੱਜ ਅਸੀਂ ਖਾਲਸਾ ਧਰਮ ਜਿਹੜਾ ਕੁਰਬਾਨ ਹੁੰਦਾ ਦੇਖ ਰਹੇ ਹਾਂ। ਬਾਦਲ ਵਰਗੇ ਖਾਲਸਾ ਧਰਮ ਨੂੰ ਕੁਰਬਾਨ ਕਰਕੇ ਇੱਕ ਬਾਬੇ ਕਿਆਂ ਦੇ ਤਖਤ ਤੋਂ, ਇੱਕ ਅਕਾਲ ਪੁਰਖ ਦੇ ਤਖਤ ਤੋਂ ਰਾਮ ਰਹੀਮ ਵਰਗਿਆਂ ਨੂੰ ਕਲੀਨ ਚਿੱਟ ਦਵਾ ਰਹੇ ਨੇ। ਤੇ ਧਰਮ ਅੱਜ ਕਿੱਥੇ ਕਿੱਥੇ ਗੁਰੂ ਸਾਹਿਬ ਨੇ ਇਸ ਧਰਮ ਤੋਂ ਪਿਤਾ ਨੂੰ ਕੁਰਬਾਨ ਕਰ ਦਿੱਤਾ। ਧਰਮ ਹੇਤ ਗੁਰਦੇਵ ਪਠਾਏ। ਤੋ ਇਹ ਗੁਰੂ ਸਾਹਿਬ ਨੇ ਤੇ ਇੱਥੋਂ ਤੱਕ ਕੀਤਾ ਕਿ ਆਪਣੀ ਛੋਟੀ ਉਮਰ 'ਚ ਆਪਣੇ ਗੁਰਪਿਤਾ ਨੂੰ ਕਿਹਾ ਕਿ ਇਸ ਧਰਮ ਨੂੰ ਬਚਾਉਣ ਲਈ ਤੁਸੀਂ ਕੁਰਬਾਨੀ ਕਰੋ ਤੇ ਇਹ ਧਰਮ ਬਚ ਸਕਦਾ। ਪਰ ਅੱਜ ਅਸੀਂ ਧਰਮ ਨੂੰ ਦਾਅ ਤੇ ਲਾ ਕੇ ਤੇ ਇੱਕ ਬਲਾਤਕਾਰੀ ਨੂੰ ਕਲੀਨ ਚਿੱਟ ਦੇ ਰਹੇ ਹਾਂ ਅਕਾਲ ਤਖਤ ਦੀ ਰਾਹੀਂ। ਇਹ ਸਾਡੇ ਲਈ ਸ਼ਰਮ ਵਾਲੀ ਗੱਲ ਆ, ਸਾਨੂੰ ਡੁੱਬ ਮਰਨ ਵਾਲੀ ਗੱਲ ਆ ਸਾਡੇ ਵਾਸਤੇ। ਸਾਡੇ ਚਣਖ ਨਹੀਂ ਰਹੀ, ਸਾਡੇ 'ਚ ਬਾਦਲ ਨੇ ਜਿਹੜਾ ਤੱਤ ਸੀ, ਗੁੱਸਾ ਸੀ, ਉਹ ਖਤਮ ਕਰ ਦਿੱਤਾ। ਆਉਂਦੇ ਦਿਨਾਂ ਦੇ ਦੌਰਾਨ ਪ੍ਰਮਾਤਮਾ ਕਰੇ ਬਦਲਾਅ ਆ ਜੇ, ਚੇਂਜ ਜਿਹੜੀ ਆ ਜੀ ਉਹ ਆ ਜੇ, ਤੇ ਫਿਰ ਅਸੀਂ ਭਾਈ ਰਣਜੀਤ ਸਿੰਘ ਹੋਰਾਂ ਨੂੰ ਕਿੱਥੇ ਵੇਖ ਸਕਦੇ ਹਾਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਜਾਂ ਅਕਾਲ ਤਖਤ? ਨਹੀਂ, ਅਸੀਂ ਚਾਹਾਂਗੇ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪੜ੍ਹਿਆ ਲਿਖਿਆ ਹੋਵੇ, ਉਹਦੀ ਬੈਕਗ੍ਰਾਉਂਡ ਅਕਾਲੀ ਹੋਵੇ, ਉਹ ਇਮਾਨਦਾਰ ਹੋਵੇ ਤੇ ਪਰਖਿਆ ਹੋਇਆ ਹੋਵੇ। ਤੁਸੀਂ ਨਹੀਂ ਹੋਵੋਗੇ? ਨਹੀਂ, ਮੈਂ ਨਹੀਂ ਹੋਊਗਾ, ਲੇਕਿਨ ਅਸੀਂ ਉਹਦੇ ਅੰਗ ਸੰਗ ਹੋਵਾਂਗੇ, ਉਹਦੇ ਨਾਲ ਹੋਵਾਂਗੇ, ਉਹਦੀ ਸਪੋਰਟ ਤੇ ਹੋਵਾਂਗੇ। ਕਿਉਂਕਿ ਇਹ ਜਿਹੜਾ ਜਿਸ ਤਰ੍ਹਾਂ ਮੈਂ ਯਾਦ ਕਰਦਾ ਡਾਕਟਰ ਇੰਦਰਜੀਤ ਸਿੰਘ ਜੀ ਚੇਅਰਮੈਨ ਹੋਏ ਨੇ ਪੰਜਾਬ ਸਿੰਧ ਬੈਂਕ ਦੇ, ਉਹ ਬੜੇ ਸਾਊ ਤੇ ਸਹਿਜ ਵਿੱਚ ਟਿਕੇ ਹੋਏ ਸੀ ਤੇ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਲੋਕਾਂ ਦੇ ਪੈਸੇ ਦੇ ਨਾਲ ਆਪਣੀ ਇੱਕ ਸੰਸਥਾ ਬਣਾਈ ਪੰਜਾਬ ਸਿੰਧ ਬੈਂਕ ਤੇ ਉਹਦੇ 10,000 ਸਿੱਖਾਂ ਨੂੰ ਉਹਨਾਂ ਨੇ ਨੌਕਰੀਆਂ ਦਿੱਤੀਆਂ ਤੇ ਸਾਬਤ ਸਹੂਲਤ ਬਣਾਇਆ ਤੇ ਅੱਜ ਨੌਕਰੀਆਂ ਉਹ ਆਨੰਦ ਮਾਣਦੇ ਪਏ ਨੇ।
ਇਹੋ ਜਿਹਾ ਪ੍ਰਧਾਨ ਸਾਨੂੰ ਚਾਹੀਦਾ ਜਿਹੜਾ ਜਿਸ ਤਰ੍ਹਾਂ ਮਨਮੋਹਨ ਸਿੰਘ ਆ, ਇਹੋ ਜਿਹੀ ਕਿਸਮ ਦਾ ਸਾਨੂੰ ਪ੍ਰਧਾਨ ਚਾਹੀਦਾ ਜਿਹੜਾ ਗੁਰੂ ਘਰ ਦੀ ਗੋਲਕ ਨੂੰ, ਉਹਦੇ ਪੈਸੇ ਨੂੰ, ਉਹਦੀਆਂ ਜ਼ਮੀਨਾਂ ਨੂੰ, ਜਾਇਦਾਦਾਂ ਨੂੰ ਸੁਰੱਖਿਅਤ ਹੀ ਨਾ ਰੱਖੇ ਬਲਕਿ ਦੁੱਗਣਾ ਕਰੇ। ਤੋ ਅੱਜ ਸਾਡੀਆਂ 20,000 ਏਕੜ ਜ਼ਮੀਨਾਂ ਨੇ ਪ੍ਰਬੰਧਕ ਕਮੇਟੀ ਦੀਆਂ, ਉਹ ਨੇਸਤੋ ਨਬੂਦ ਹੋਇਆ ਪਿਆ ਸਾਰਾ ਕੁਝ, ਉਹਦਾ ਨਿੱਕਾ ਪੈਸਾ ਆਮਦਨ ਨਹੀਂ। ਜੇ ਅਸੀਂ ਅੱਜ ਕੱਲੀ ਇਹ ਗੱਲ ਨਹੀਂ ਹੈਗੀ ਕਿ ਇਹ ਰਿਕਾਰਡ ਨਹੀਂ ਦੇ ਰਿਹਾ, ਅੱਜ ਕੋਈ ਜਾ ਕੇ ਕਹੇ ਕਿ ਜ਼ਮੀਨਾਂ ਦਾ ਤੁਹਾਨੂੰ ਕਿੰਨਾ ਠੇਕਾ ਮਿਲਦਾ ਹੈ, ਜਿਹੜੇ 20,000 ਏਕੜ ਜ਼ਮੀਨਾਂ, ਤੁਹਾਡੀ ਕੀ ਇਨਕਮ ਹੈ ਦੱਸੋ, ਉਹ ਰਿਕਾਰਡ ਨਹੀਂ ਦਿੰਦੇ। ਉਹ ਕਹਿੰਦੇ ਅਸੀਂ ਨਹੀਂ, ਪਾਬੰਦ ਨਹੀਂ, ਅਸੀਂ ਨਹੀਂ ਦੇਣਾ। ਉਹਦੇ ਲਈ ਜੇ ਉਹ RTI ਜਿਹੜਾ ਐਕਟ ਬਣਿਆ, ਉਹਦੇ ਤਹਿਤ ਕੋਈ ਐਪਲੀਕੇਸ਼ਨ ਦਿੰਦਾ ਤੇ ਉਹਦਾ ਜੁਰਮਾਨਾ ਭਰ ਲੈਂਦੇ ਆ, ਪਰ ਰਿਕਾਰਡ ਨਹੀਂ ਦਿੰਦੇ। ਤੇ ਰਿਕਾਰਡ ਜਿਹੜਾ ਉਹ ਇਸ ਕਰਕੇ ਨਹੀਂ ਦਿੰਦੇ ਕਿ ਨੰਗੇ ਹੁੰਦੇ ਆ, ਤੇ ਜਿਹੜਾ ਜੁਰਮਾਨਾ ਭਰਨਾ ਹੁੰਦਾ ਉਹ ਗੁਰੂ ਦੀ ਗੋਲਕ ਤੋਂ ਦੇ ਦਿੰਦੇ ਆ। ਬੜੀ ਮਿਹਰਬਾਨੀ। ਇਹ ਬੜਾ ਇਹਨਾਂ ਦਾ ਕੁੱਤ ਪਾਉਣਾ ਹੈ ਤੇ ਇਹਨਾਂ ਦਾ ਜਿਹੜਾ ਗੁਰੂ ਘਰ ਲਈ ਨੁਕਸਾਨ ਹੈ ਜਿਹੜਾ, ਉਹ ਅਸੀਂ ਚਾਹੁੰਦੇ ਆ ਵੀ ਨਾ ਹੋਵੇ। ਬਹੁਤ ਮਿਹਰਬਾਨੀ, ਤੁਸੀਂ ਸਮਾਂ ਕੱਢਿਆ, ਔਰ ਅਸੀਂ ਦੁਬਾਰਾ ਤੁਹਾਨੂੰ ਫਿਰ ਕਿਸੇ ਦਿਨ ਸੱਦਾਂਗੇ ਜੀ। ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਇਹ ਸਨ ਜੀ ਭਾਈ ਰਣਜੀਤ ਸਿੰਘ ਜੀ, ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ, ਔਰ ਲਗਾਤਾਰ ਜਿਹੜਾ ਜੀ ਉਹ ਸੰਘਰਸ਼ ਦੇ ਵਿੱਚ ਨੇ, ਪਿਛਲੇ ਵਰਿਆਂ ਤੋਂ ਕੰਟੀਨਿਊਸ ਜਿਹੜਾ ਜੀ ਉਹ ਬੋਲ ਰਹੇ ਨੇ। ਉਮੀਦ ਹੈ ਕਿ ਇਹਦੇ ਵਿੱਚੋਂ ਤੁਸੀਂ ਉਹ ਕੁਝ ਨੁਕਤੇ ਜਿਹੜੇ ਜੀ ਜ਼ਰੂਰ ਲੈ ਲਏ ਹੋਣਗੇ, ਜਿਨ੍ਹਾਂ ਨੁਕਤਿਆਂ ਦੇ ਉੱਤੇ ਕੱਲ ਜੋ ਕੁਝ ਮੀਟਿੰਗ ਹੋਈ ਹੈ, ਜੋ ਕੁਝ ਬੋਲਿਆ ਗਿਆ, ਕਿਉਂਕਿ ਇਹ ਯੁੱਗ ਉਹ ਯੁੱਗ ਹੈ ਜਦੋਂ ਜਸ ਪੰਜਾਬੀ ਵਰਗੇ ਇੰਨੇ ਮੁਲਕਾਂ ਦੇ ਵਿੱਚ ਚੈਨਲ ਚੱਲਦੇ ਨੇ, ਜਾਂ ਜਿਹੜਾ ਸੋਸ਼ਲ ਮੀਡੀਆ ਉਹ ਸਾਰਾ ਕੁਝ ਇੱਕਦਮ ਜਿਹੜਾ ਜੀ ਦੂਸਰੀ ਤਸਵੀਰ ਸਾਹਮਣੇ ਲਿਆ ਕੇ ਤੁਹਾਡੇ ਰੱਖ ਦਿੰਦਾ। ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫਤੇ ਹੋਵੇਗੀ ਜੀ ਇੱਕ ਹੋਰ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।